ਦਸੰਬਰ ਤੱਕ ਤੁਸੀਂ ਇਸ ਆਫਰ ਦਾ ਫਾਇਦਾ ਲੈ ਸਕਦੇ ਹੋ। ਜੋ ਪੇ ਆਊਟ, ਜੋ ਇਨਸੈਂਟਿਵ ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਮਿਲਣਗੇ, ਉਹ ਇਨਸੈਂਟਿਵ ਪੇ ਆਊਟਸ ਅਸੀਂ ਜਿਹੜੇ ਆ ਰਿਟਰਨ ਕਰਾਂਗੇ ਬੱਚਿਆਂ ਨੂੰ। ਅਸੀਂ ਪ੍ਰੋਮਿਸ ਕਰਦੇ ਹਾਂ ਕਿ ਜੋ ਵੀ ਪੇ ਆਊਟ ਸਾਨੂੰ ਇਨਸੈਂਟਿਵਸ ਮਿਲਣਗੇ, ਉਹ ਅਸੀਂ ਬੱਚਿਆਂ ਨੂੰ ਰਿਟਰਨ ਕਰਾਂਗੇ। ਗਲੋਬਲ ਗੁਰੂ ਦੇ ਸਟੱਡੀ ਵੀਜ਼ਾ ਐਕਸਪਰਟ ਦਾ ਵੱਡਾ ਐਲਾਨ। ਕੋਈ ਮੈਂ ਵੀ ਵੇ ਜਿੱਦ ਤੇ ਆ ਗਈ ਆ, ਮੈਨੂੰ ਇਹ ਦੱਸੋ ਇਹ ਕੀ ਜਿੱਦ ਹੈ ਜਿੱਦ ਤੁਸੀਂ ਆਫਰ ਵਧਾਈ ਹੈ? ਇੱਕ ਐਲਾਨ ਦੇ ਨਾਲ ਇਮੀਗ੍ਰੇਸ਼ਨ ਇੰਡਸਟਰੀ ਦੇ ਨਿਸ਼ਾਨੇ ਤੇ ਆ ਗਈ ਹੈ ਸਟੱਡੀ ਵੀਜ਼ਾ ਐਕਸਪਰਟ। ਸਰ ਜਿੱਦ ਦਾ ਕਾਰਨ ਇਹ ਹੈ ਕਿਉਂਕਿ ਜਦੋਂ ਅਸੀਂ ਇੰਡਸਟਰੀ ਦੇ ਵਿੱਚ ਦੇਖਿਆ ਇਹ ਚੀਜ਼ ਤਬਦੀਲੀ ਆਂਦੀ ਹੋਈ, ਸੋ ਮੈਂ ਇਹ ਕਹਿ ਰਹੀ ਹਾਂ ਕਿ ਜੇਕਰ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਅਸੀਂ ਬੱਚੇ ਤੋਂ ਜੋ ਵੀ ਕਮਿਟਮੈਂਟਸ ਕੀਤੀਆਂ ਅਸੀਂ ਉਸ ਚੀਜ਼ ਤੇ ਖਰੇ ਉਤਰ ਰਹੇ ਹਾਂ ਔਰ ਅਸੀਂ ਪਲੱਸ ਬੱਚੇ ਨੂੰ ਜੇਕਰ ਅਸੀਂ ਬੱਚੇ ਨੂੰ ਪੇ ਕਰ ਰਹੇ ਹਾਂ ਤਾਂ ਕਿਸੇ ਨੂੰ ਇਸ ਚੀਜ਼ ਨਾਲ ਕੋਈ ਤੰਗੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਜਿੱਦ ਫੜ ਲਈ, ਸਟੈਂਡ ਲੈ ਲਿਆ, ਇੱਕ ਅਜਿਹਾ ਐਲਾਨ ਕਰ ਦਿੱਤਾ ਕਿ ਸਟੱਡੀ ਵੀਜ਼ਾ ਤੇ ਕੈਨੇਡਾ ਜਾਣ ਵਾਲੇ ਸਾਰੇ ਸਟੂਡੈਂਟਸ ਨੂੰ ਸਾਰੀ ਕਮਿਸ਼ਨ ਵਾਪਸ। ਕਮਿਸ਼ਨ ਜਿਹਨੂੰ ਹੁਣ ਇਨਸੈਂਟਿਵ ਦਾ ਨਾਮ ਦਿੱਤਾ, ਇਨਸੈਂਟਿਵ ਵਾਪਸ, ਪਰ ਸਿਰਫ ਕੈਨੇਡਾ ਵਾਸਤੇ। ਹੁਣ ਇੱਕ ਨਵਾਂ ਐਲਾਨ, ਵੱਡਾ ਐਲਾਨ ਕੈਨੇਡਾ ਦੇ ਨਾਲ ਜਿਵੇਂ ਕਿ ਮੈਡਮ ਨੇ ਦੱਸਿਆ ਹੈ, ਕੈਨੇਡਾ ਦੇ ਨਾਲ ਆਸਟ੍ਰੇਲੀਆ, ਯੂਕੇ, ਨਿਊਜ਼ੀਲੈਂਡ, ਜਿੱਥੇ ਦੇ ਵੀ ਵੀਜ਼ੇ ਜਿੱਦਾਂ ਖੁੱਲਦੇ ਰਹਿਣਗੇ, USA, ਇਹ ਉਹਦੀ ਜਿਹੜੀ ਫੀਸ ਵਾਪਸੀ ਦੇ ਵਿੱਚ ਕਮਿਸ਼ਨ ਕਮ ਇਨਸੈਂਟਿਵ। ਬਿਲਕੁਲ ਸਹੀ ਸੁਣਿਆ, ਹੁਣ ਕੈਨੇਡਾ ਦੇ ਨਾਲ ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਹੋਰ ਵੀ ਜਿਹੜੀਆਂ ਕੰਟਰੀਆਂ ਸਟੱਡੀ ਵੀਜ਼ਾ ਉਪਲਬਧ ਕਰਵਾਉਂਦੀਆਂ ਨੇ, ਉਹਨਾਂ ਦੇ ਸਾਰੇ ਇਨਸੈਂਟਿਵ ਵਾਪਸ ਕਰੇਗੀ ਇਹ ਕੰਪਨੀ। ਇਸ ਸਟੱਡੀ ਵੀਜ਼ਾ ਐਕਸਪਰਟ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਉਹਨਾਂ ਤੇ ਦਬਾਅ ਵੀ ਪਿਆ ਕਿ ਇਹ ਸਕੀਮ ਖਤਮ ਕਰ ਦਿੱਤੀ ਜਾਵੇ, ਪਰ ਇਸ ਸਕੀਮ ਨੂੰ ਹੋਰ ਵਧਾ ਦਿੱਤਾ ਗਿਆ ਹੈ। ਵਿਸਤਾਰ ਨਾਲ ਸੁਣੋ ਪੂਰੀ ਗੱਲਬਾਤ ਤੇ ਐਂਡ ਤੱਕ ਦੇਖੋ ਪੂਰੀ ਵੀਡੀਓ ਤੇ ਜਾਣੋ ਕਿਵੇਂ ਤੁਹਾਡੀ ਜੇਬ ਤੇ ਡਾਕਾ ਮਾਰਦੇ ਨੇ ਕਈ ਸਟੱਡੀ ਵੀਜ਼ਾ ਐਕਸਪਰਟ, ਤੇ ਇੱਥੇ ਵੀਜ਼ਾ ਅਪਲਾਈ ਕਰਕੇ ਤੁਸੀਂ ਬਚਾ ਸਕਦੇ ਹੋ ਆਪਣੇ ਪੈਸੇ। ਦੇਖੋ ਜੀ, ਤੁਹਾਡੀ ਜਿਹੜੀ ਵੀਡੀਓ ਲਾਸਟ ਟਾਈਮ ਆਪਾਂ ਕਰਕੇ ਗਏ ਸੀ, ਉਸ ਦੇ ਥੱਲੇ ਬਹੁਤ ਕਮੈਂਟ ਆਏ ਸੀ ਕਿ ਆਖਰਕਾਰ ਤੁਹਾਡੀ ਕਮਾਈ ਦਾ ਜ਼ਰੀਆ ਕੀ ਹੋਏਗਾ। ਤੁਸੀਂ ਕਹਿ ਰਹੇ ਹੋ ਕਿ ਜੀ ਆਪਾਂ ਸਾਰੇ ਪੈਸੇ ਵਾਪਸ ਕਰ ਦਾਂਗੇ, ਹਨਾ, ਜਿੰਨੀ ਵੀ ਕਮਿਸ਼ਨ ਆਏਗੀ ਇਮਾਨਦਾਰੀ ਦੇ ਨਾਲ। ਈਵਨ ਕਿ ਇਹਨਾਂ ਨੇ ਕਿਹਾ ਸੀ ਲਿਖ ਕੇ ਦੇਵਾਂਗੇ, ਉਹ ਵੀ ਚੈੱਕ ਕਰਾਂਗੇ, ਕਿਉਂਕਿ ਰਿਐਲਿਟੀ ਚੈੱਕ ਕਰਨਾ ਵੀ ਜੀ ਸਾਡੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਇਹਨਾਂ ਦੀ ਕਈ ਹੋਈ ਕਿਸੇ ਗੱਲ ਤੇ ਯਕੀਨ ਨਹੀਂ ਕਰਨਾ। ਕਿ ਅਸੀਂ ਸਮਾਂ ਦਿੱਤਾ ਸੀ 1 ਤੋਂ 10 ਤਰੀਕ ਦੇ ਵਿੱਚ ਕਿ 1 ਤੋਂ 10 ਤਰੀਕ ਦੇ ਵਿੱਚ ਜਿਹੜਾ ਵੀ ਬੱਚਾ ਸਾਡੇ ਤੋਂ ਆਪਣਾ ਕੇਸ ਫਾਈਲ ਕਰੇਗਾ, ਅਸੀਂ ਉਸ ਬੱਚੇ ਨੂੰ ਉਹ ਪੇ ਆਊਟਸ ਇਨਸੈਂਟਿਵਸ ਜਿਹੜੇ ਆ ਅਸੀਂ ਰਿਟਰਨ ਕਰ ਦਾਂਗੇ। ਜੋ ਜੀ ਪਿਛਲੀ ਵਾਰ ਆਪਾਂ ਆਏ ਸੀ, ਇੱਕ ਚੀਜ਼ ਦਾ ਮੈਨੂੰ ਪਰਿਵਰਤਨ ਨਜ਼ਰ ਆਇਆ। ਇਸ ਵਾਰੀ ਕਮਿਸ਼ਨ ਦੀ ਬਜਾਏ ਇੱਕ ਨਵਾਂ ਸ਼ਬਦ ਆ ਗਿਆ, ਇਨਸੈਂਟਿਵ। ਮੈਡਮ ਕੀ ਗੱਲ, ਕਮਿਸ਼ਨ ਕਿੱਥੇ ਗਈ? ਸਰ ਕਮਿਸ਼ਨਸ ਉੱਥੇ ਹੀ ਹੈ। ਕਮਿਸ਼ਨਸ ਅਸੀਂ ਅੱਜ ਵੀ ਗਲੋਬਲ ਗੁਰੂ ਆਪਣੀ ਗੱਲਾਂ ਤੇ ਖਰਾ ਉਤਰਿਆ, ਅੱਜ ਵੀ ਅਸੀਂ ਉੱਥੇ ਹੀ ਆ। ਬਟ ਇਦਾਂ ਦੇ ਜਦੋਂ ਅਸੀਂ ਆਪਣੀ ਪੋਸਟ ਨੂੰ ਜਿਹੜਾ ਆ ਅੱਗੇ ਵਧਾਇਆ, ਸੋ ਕਾਫੀ ਨੀਚੇ ਇਨਬਾਕਸ 'ਚ ਕਮੈਂਟਸ ਇਦਾਂ ਦੇ ਆਏ ਆ ਕਿ ਤੁਸੀਂ ਮਤਲਬ ਇੱਕਦਮ ਜਿਹੜਾ ਇੰਡਸਟਰੀ 'ਚ ਤਬਦੀਲੀ ਆ ਗਈ ਇਸ ਚੀਜ਼ ਨੂੰ ਲੈ ਕੇ। ਇੰਡਸਟਰੀ ਦੀ ਗੱਲ ਹੋਈ ਹੈ ਜੀ, ਇੰਡਸਟਰੀ ਦੀ ਗੱਲ ਹੋ ਰਹੀ ਹੈ, ਇੰਡਸਟਰੀ ਇਮੀਗ੍ਰੇਸ਼ਨ ਇੰਡਸਟਰੀ ਦੀ ਗੱਲ ਹੋ ਰਹੀ ਹੈ। ਇੱਥੇ ਮੈਂ ਤੁਹਾਨੂੰ ਦੱਸ ਦਵਾਂ ਜੀ ਕਿਸ ਤਰੀਕੇ ਦੇ ਇਤਰਾਜ਼ ਆਏ ਸਾਹਮਣੇ। ਮੈਡਮ ਇਮਾਨਦਾਰੀ ਨਾਲ ਜਵਾਬ ਦੇਣਾ ਕਿ ਇਸ ਇੰਡਸਟਰੀ ਨੂੰ ਤੁਹਾਡੀ ਆਫਰ ਹਜਮ ਹੋਈ ਜਾਂ ਨਹੀਂ ਹੋਈ? ਬਿਲਕੁਲ ਨਹੀਂ ਹਜਮ ਹੋਈ, ਬਿਲਕੁਲ ਨਹੀਂ ਹਜਮ ਹੋਈ, ਬਿਲਕੁਲ ਨਹੀਂ ਹਜਮ ਹੋਈ, ਕਿਉਂਕਿ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਇਸ ਚੀਜ਼ ਦੇ ਇਤਰਾਜ਼ ਹੋ ਗਏ ਕਿ ਕਿੱਦਾਂ ਤੁਸੀਂ ਵਾਪਸ ਕਰ ਸਕਦੇ ਹੋ, ਕੀ ਅਗਰ ਤੁਸੀਂ ਉਹਨਾਂ ਨੂੰ ਵਾਪਸ ਹੀ ਕਰ ਦੋਗੇ ਤਾਂ ਕੀ ਕਮਾਓਗੇ ਲਾਉਂਗੇ। ਮੇਰੀ ਗੱਲ ਸੁਣੋ, ਬੜੀ ਸਮਝਣ ਵਾਲੀ ਗੱਲ ਹੈ ਮੈਡਮ ਦੀ ਗੱਲ ਕਿ ਵਾਕਈ ਜੇ ਇੰਡਸਟਰੀ ਨੂੰ ਇਤਰਾਜ਼ ਹੋਇਆ ਤਾਂ ਇਤਰਾਜ਼ ਕਿਉਂ ਹੋਇਆ? ਆਲੀਸ਼ਾਨ ਦਫ਼ਤਰ, ਆਲੀਸ਼ਾਨ ਲਗਜ਼ਰੀ ਗੱਡੀਆਂ, ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਹਾਈ ਪ੍ਰੋਫਾਈਲ ਲੋਕੇਸ਼ਨਾਂ, ਬੈਸਟ ਲੋਕੇਸ਼ਨਾਂ ਦੇ ਦਫ਼ਤਰ, ਇੰਨੇ ਕਿਰਾਏ ਕਿੱਦਾਂ ਨਿਕਲਣਗੇ? ਉਹ ਪਹਿਲੇ ਤਾਂ ਦੱਸੋ ਕਿ ਉਹ ਸਕੀਮ ਖਤਮ ਹੋ ਗਈ ਹੈ ਕਿ ਕਾਇਮ ਹੈ, ਫਿਰ ਅਗਲੀ ਗੱਲ ਕਰਦਾ। ਸਕੀਮ ਜਿਹੜੀ ਆ ਹੱਲੇ ਵੀ ਕਾਇਮ ਹੈ। ਅਸੀਂ ਇਸ ਤਰੀਕ ਨੂੰ 10 ਤਰੀਕ ਤੱਕ ਨਿਰਧਾਰਿਤ ਕੀਤਾ ਸੀ ਕਿ 10 ਦਸੰਬਰ ਇੱਕ ਲਾਸਟ ਡੇਟ ਰੱਖੀ ਸੀ, ਬਟ ਉਸ ਤੋਂ ਬਾਅਦ ਵੀ ਸਾਨੂੰ ਕਾਫੀ ਸਟੂਡੈਂਟਸ ਇਦਾਂ ਦੇ ਮਿਲੇ ਕਿ ਜਿਹੜੇ ਡਿਫਰੈਂਟ ਕੰਟਰੀਜ਼ ਨੂੰ ਲੈ ਕੇ ਸਾਡੇ ਕੋਲ ਕੁਐਰੀਜ਼ ਜਨਰੇਟ ਹੋਈਆਂ। ਸੋ ਕਾਉਂਸਲਿੰਗ ਟੀਮਸ ਦੇ ਨਾਲ ਲਈਏ ਆਪਾਂ ਗੱਲ ਕੀਤੀ ਹੈ, ਸੋ ਕਾਫੀ ਸਾਡੇ ਕੋਲ ਇਦਾਂ ਦੀਆਂ ਜਿਹੜੀਆਂ ਕੁਐਰੀਜ਼ ਜਨਰੇਟ ਹੋਈਆਂ ਕਿ ਬੱਚੇ ਚਾਹੁੰਦੇ ਸੀ ਇਸ ਟੀਮ ਨੂੰ ਜਿਹੜਾ ਆ ਇਸ ਚੀਜ਼ ਨੂੰ ਹੋਰ ਵਧਾਉਣਾ। ਸੋ ਅਸੀਂ ਇਸੇ ਕਰਕੇ ਇਸ ਚੀਜ਼ ਨੂੰ 31 ਦਸੰਬਰ ਤੱਕ ਕੀਤਾ। ਲੋ ਜੀ, ਇਹ ਮੈਮ ਨੇ ਨਾ ਮੈਨੂੰ ਫੋਨ ਕੀਤਾ ਸੀਗਾ
2 ਦਿਨ ਪਹਿਲਾਂ ਇਹਨਾਂ ਦਾ ਫੋਨ ਆਇਆ ਸੀਗਾ ਕਿ ਜੀ ਆਪਾਂ ਕੁਝ ਐਕਸਟੈਂਸ਼ਨਸ ਕਰਨੀਆਂ। ਪਹਿਲੇ ਤਾਂ ਆਫਰ ਨੂੰ ਲੈ ਕੇ ਗੱਲਬਾਤ ਹੋਈ, ਇਹਨਾਂ ਨੇ ਕਿਹਾ ਟਾਈਮ ਵਧਾ ਰਹੇ। ਮੈਂ ਕਿਹਾ ਕਿਉਂ? ਹੁਣ ਮੈਡਮ ਇਹ ਸਵਾਲ ਖੈਰ ਤੁਸੀਂ ਮੈਨੂੰ ਪਰਸਨਲ ਫੋਨ ਦੇ ਉੱਤੇ ਗੱਲ ਕੀਤੀ ਸੀ, ਪਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਿਆ। ਇਹਨਾਂ ਨੇ ਕਿਹਾ ਸੀ ਜੀ ਕੋਈ ਮੈਂ ਵੀ ਵੇ ਜਿੱਦ ਤੇ ਆ ਗਈ ਹਾਂ। ਮੈਨੂੰ ਇਹ ਦੱਸੋ ਇਹ ਕੀ ਜਿੱਦ ਹੈ ਜਿੱਦ ਤੁਸੀਂ ਆਫਰ ਵਧਾਈ ਹੈ? ਸਰ ਜਿੱਦ ਦਾ ਕਾਰਨ ਇਹ ਹੈ ਕਿਉਂਕਿ ਜਦੋਂ ਅਸੀਂ ਇੰਡਸਟਰੀ ਦੇ ਵਿੱਚ ਦੇਖਿਆ ਇਹ ਚੀਜ਼ ਤਬਦੀਲੀ ਆਂਦੀ ਹੋਈ, ਸੋ ਮੈਂ ਇਹ ਕਹਿ ਰਹੀ ਹਾਂ ਕਿ ਜੇਕਰ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਅਸੀਂ ਬੱਚੇ ਤੋਂ ਜੋ ਵੀ ਕਮਿਟਮੈਂਟਸ ਕੀਤੀਆਂ ਸੀ ਉਸ ਚੀਜ਼ ਤੇ ਖਰੇ ਉਤਰ ਰਹੇ ਹਾਂ। ਨੂੰ ਜੇਕਰ ਅਸੀਂ ਬੱਚੇ ਨੂੰ ਪੇ ਕਰ ਰਹੇ ਹਾਂ ਤਾਂ ਕਿਸੇ ਨੂੰ ਇਸ ਚੀਜ਼ ਨਾਲ ਕੋਈ ਤੰਗੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਜੇਕਰ ਅਸੀਂ ਬੱਚੇ ਨੂੰ ਪੇ ਕਰ ਰਹੇ ਹਾਂ ਤਾਂ ਕਿਸੇ ਨੂੰ ਇਸ ਚੀਜ਼ ਨਾਲ ਕੋਈ ਤੰਗੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਜੇਕਰ ਅਸੀਂ ਬੱਚੇ ਨੂੰ ਪੇ ਕਰ ਰਹੇ ਹਾਂ ਤਾਂ ਕਿਸੇ ਨੂੰ ਇਸ ਚੀਜ਼ ਨਾਲ ਕੋਈ ਤੰਗੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਲੋ ਜੀ ਇਹ ਗੱਲ ਸੁਣਨ ਤੋਂ ਬਾਅਦ ਇੱਕ ਗੱਲ ਤਾਂ ਮੈਂ ਜ਼ਰੂਰ ਕਹਾਂਗਾ ਕਿ ਇਮੀਗ੍ਰੇਸ਼ਨ ਇੰਡਸਟਰੀ ਦੇ ਉਹਨਾਂ ਲੋਕਾਂ ਵਾਸਤੇ, ਸਾਰਿਆਂ ਵਾਸਤੇ ਨਹੀਂ, ਜਿਨ੍ਹਾਂ ਨੂੰ ਵੀ ਕਿਸੇ ਵੀ ਤਰੀਕੇ ਦਾ ਇਹੋ ਜਿਹੀ ਆਫਰਾਂ ਤੇ ਇਤਰਾਜ਼ ਹੈ। ਜੇਕਰ ਆਪਾਂ ਕੋਈ ਚੰਗਾ ਕੰਮ ਨਹੀਂ ਕਰ ਸਕਦੇ, ਕਿਸੇ ਦਾ ਭਲਾ ਨਹੀਂ ਕਰ ਸਕਦੇ, ਤੇ ਜਿਹੜਾ ਕਰਦਾ ਉਹਨੂੰ ਕਰ ਲੈਂਦੇ ਹੋ, ਤੇ ਜਿਹੜਾ ਕਰਦਾ ਉਹਨੂੰ ਕਰ ਲੈਂਦੇ ਹੋ, ਤੇ ਜਿਹੜਾ ਕਰਦਾ ਉਹਨੂੰ ਕਰ ਲੈਂਦੇ ਹੋ। ਮੈਡਮ ਇਹ ਦੱਸੋ ਉਹੀ ਸਵਾਲ, ਕਿਉਂਕਿ ਮੇਰੇ ਦਰਸ਼ਕਾਂ ਨੇ ਸਵਾਲ ਕੀਤਾ ਸੀ ਜਦੋਂ ਪਿਛਲੀ ਵੀਡੀਓ ਪਾਈ ਸੀ ਕਿ ਆਖਰਕਾਰ ਮਸਲਾ ਕੀ ਹੈ, ਕਿਉਂ ਇਹ ਆਫਰ ਕਿਉਂ? ਜੇ ਮੈਡਮ ਹੁਣ ਤੁਸੀਂ ਜਵਾਬ ਦਿਓ ਕੈਮਰੇ ਸਾਹਮਣੇ ਮੇਰੇ ਦਰਸ਼ਕਾਂ ਦਾ ਕਿ ਆਫਰ ਕਿਉਂ, ਤੁਸੀਂ ਪੈਸੇ ਕਿੱਥੋਂ ਕਮਾਓ? ਲੋ ਜੀ ਮੇਰੇ ਦਰਸ਼ਕੋ ਮੈਂ ਤੁਹਾਨੂੰ ਇੱਕ ਗੱਲ ਪੁੱਛਾਂਗਾ। ਆਮ ਤੌਰ ਤੇ ਇਮੀਗ੍ਰੇਸ਼ਨ ਇੰਡਸਟਰੀ ਨਾਲ ਜੁੜੀਆਂ ਜਦੋਂ ਵੀਡੀਓ ਅਪਲੋਡ ਕਰਦਾ ਵਾਂ ਮੈਂ, ਤੇ ਥੱਲੇ ਕਮੈਂਟ ਆਉਂਦੇ ਜੀ ਇਹਨਾਂ ਨੂੰ ਆਉਂਦੀਆਂ ਮੋਟੀਆਂ ਕਮਿਸ਼ਨਾਂ, ਪਰ ਇਹਨਾਂ ਦੇ ਮਸਲੇ ਦੇ ਵਿੱਚ ਤਾਂ ਇਹ ਵੀ ਜਵਾਬ ਖਤਮ ਹੋ ਗਿਆ ਕਿ ਆਪਾਂ ਇਹ ਨਹੀਂ ਲਿਖ ਸਕਦੇ ਥੱਲੇ। ਕਮਿਸ਼ਨਾਂ ਦਾ ਕੰਮ ਹੀ ਖਤਮ ਕਰ ਦਿੱਤਾ। ਇਨਸੈਂਟਿਵ ਵਾਪਸ, ਪਰ ਸਿਰਫ ਕੈਨੇਡਾ ਵਾਸਤੇ। ਹੁਣ ਇੱਕ ਨਵਾਂ ਐਲਾਨ, ਵੱਡਾ ਐਲਾਨ ਕੈਨੇਡਾ ਦੇ ਨਾਲ ਜਿਵੇਂ ਕਿ ਮੈਡਮ ਨੇ ਦੱਸਿਆ, ਕੈਨੇਡਾ ਦੇ ਨਾਲ ਆਸਟ੍ਰੇਲੀਆ, ਯੂਕੇ, ਨਿਊਜ਼ੀਲੈਂਡ, ਜਿੱਥੇ ਦੇ ਵੀ ਵੀਜ਼ੇ ਜਿੱਦਾਂ ਖੁੱਲਦੇ ਰਹਿਣਗੇ, USA, ਇਹ ਉਹਦੀ ਜਿਹੜੀ ਫੀਸ ਵਾਪਸੀ ਦੇ ਵਿੱਚ ਕਮਿਸ਼ਨ ਕਮ ਇਨਸੈਂਟਿਵ। ਮੈਂ ਤਾਂ ਦੇਖੋ ਇਹ ਕਹਿੰਦੇ ਨੇ ਇਨਸੈਂਟਿਵ, ਮੈਂ ਕਹਿੰਦਾ ਨਾ ਕਮਿਸ਼ਨ ਕਮ ਇਨਸੈਂਟਿਵ ਜਿਹੜਾ ਵਾ ਵਾਪਸ ਆਏਗਾ। ਪ੍ਰਾਈਵੇਟ ਕਾਲਜ ਜਦੋਂ ਪਿਛਲੀ ਵਾਰ UK ਦੇ ਵੀਜ਼ੇ ਖੁੱਲੇ ਸੀ ਨਾ ਜੀ, ਅੱਜ ਤੋਂ ਕੁਝ ਸਾਲ ਪਹਿਲਾਂ ਪ੍ਰਾਈਵੇਟ ਕਾਲਜਾਂ ਦੇ ਵਿੱਚ ਦਾਖਲੇ ਦਵਾ ਕੇ ਉਹ ਹਨੇਰੀ ਲਿਆਂਦੀ, ਮੁੜ ਕੇ ਕਾਲਜ ਹੋ ਗਏ ਬੰਦ ਤੇ ਸਟੂਡੈਂਟ ਰੁਲ ਗਏ। ਮੈਡਮ ਇਹ ਚੱਕਰ ਨਾ ਹੋਵੇ ਕਿ ਆਪਾਂ ਜਾਂ ਸਾਡੇ ਦਰਸ਼ਕ ਕਿਸੇ ਲਾਲਚ ਵਿੱਚ ਫਸ ਜਾਣ, ਤੁਹਾਡੇ ਕੋਲ ਆ ਜਾਣ ਕਿ ਲੈ ਜੀ ਤੁਸੀਂ ਤਾਂ ਕਮਿਸ਼ਨ ਵਾਪਸ ਕਰ ਦੋਗੇ, ਇਨਸੈਂਟਿਵ ਮੋੜ ਦੋਗੇ, ਤੁਹਾਡੇ ਕੋਲ ਜਾਓ ਤੇ ਮੁੜ ਕੇ ਉਹਨਾਂ ਨੂੰ ਕਿਸੇ ਮਾੜੇ ਕਾਲਜ ਦੇ ਵਿੱਚ ਨਾ ਰੋਲ ਦਿਓ। ਸੋ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਬਿਨਾ ਆਇਲਸ ਦੇ ਉੱਤੇ ਪੜ੍ਹਨਾ ਚਾਹੁੰਦੇ ਹੋ, ਤੁਹਾਡੇ 60% ਨੰਬਰ ਨੇ, ਵਿਦਆਊਟ ਆਇਲਸ ਤੁਹਾਡੇ ਤੋਂ ਆਪਸ਼ਨ ਹੈਗਾ ਆ 31 ਦਸੰਬਰ ਤੱਕ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਕਿਸੇ ਤਰ੍ਹਾਂ ਦੇ ਕੋਈ ਪੈਕੇਜ 'ਚ ਫਸਣ ਦੀ ਲੋੜ ਨਹੀਂ ਹੈ। ਚਲੋ ਗੱਲਾਂ ਤਾਂ ਬਹੁਤ ਹੋ ਗਈਆਂ ਜੀ, ਹੁਣ ਇੱਕ ਗੱਲ ਹੋਰ ਵੈਰੀਫਾਈ ਕਰ ਲਈਏ, ਕਿਉਂਕਿ ਗੱਲਾਂ ਦਾ ਕੜਾਹ ਹੀ ਨਾ ਮੈਡਮ ਬਣਾਈ ਜਾਂਦੇ। ਹੁਣ ਪਿਛਲੀ ਵਾਰ ਵੀ ਇਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਸੀ, ਮੇਰੇ ਫੋਨ ਤੇ ਵੀ ਫੋਨ ਵੱਜਣ ਲੱਗ ਪਏ ਕਿ ਇਹ ਪੋਸੀਬਲ ਨਹੀਂ ਹੈਗਾ, ਪਰ ਇਹਦਾ ਰਿਐਲਿਟੀ ਚੈੱਕ ਵੀ ਕਰਨਾ ਵਾ। ਮੈਡਮ ਇੱਕ ਗੱਲ ਦੱਸੋ, ਕਿੰਨੇ ਕੁ ਕੇਸ ਤੁਹਾਨੂੰ ਪਿਛਲੀ ਵਾਰੀ ਆਏ ਆ? ਇਮਾਨਦਾਰੀ ਨਾਲ ਜਵਾਬ ਦਿਓ, ਹਵਾਈ ਗੱਲ ਨਾ ਕਰਿਓ। ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਹੁਣੇ ਹੀ ਚੈੱਕ ਕਰਵਾ ਦਿੰਦੀ ਹਾਂ ਕਿ ਕਿਹੜੇ ਲੋ ਜੀ ਆਓ ਜੀ ਕਰੀਏ ਜੀ ਰਿਐਲਿਟੀ ਚੈੱਕ ਕਰੀਏ ਜੀ। ਕੁਝ ਆਇਆ ਵੀ ਹੈ ਕਿ ਹਵਾਈ ਗੱਲਾਂ ਕਰੀ ਜਾਂਦੇ ਆ। ਆਹ ਦੇਖੋ ਜੀ ਇਹ ਮੈਡਮ ਅੱਜ ਦੀ ਗੱਲ ਹੈ, ਇਹ ਅੱਜ ਦੀਆਂ ਫਾਈਲਾਂ ਹੈ। ਲੋ ਜੀ ਇੱਕ ਦਿਨ ਦੀਆਂ ਫਾਈਲਾਂ ਦੇਖੋ ਜੀ, 1 2 3 4 5 6 7 8, ਚਲੋ ਗਿਣਤੀ 'ਚ ਬਹੁਤੀ 'ਚ ਨਹੀਂ ਜਾਣਾ, ਪਰ ਇਹ ਦੇਖੋ ਢੇਰ ਲੱਗਾ ਪਿਆ ਫਾਈਲਾਂ ਦਾ। ਚਲੋ ਫਾਈਲਾਂ ਦਾ ਦੇਖ ਲਈਏ। ਇੱਕ ਇਹਨਾਂ ਨੇ ਦਾਵਾ ਕੀਤਾ ਸੀ ਜੀ, ਰਿਐਲਿਟੀ ਚੈੱਕ ਕਰ ਰਹੇ ਆ ਮੈਡਮ ਜੀ, ਕੈਮਰਾ ਔਨ ਹੈ। ਇੱਕ ਤੁਸੀਂ ਦਾਵਾ ਕੀਤਾ ਸੀ ਕਿ ਲਿਖ ਕੇ ਦਿੰਨੇ ਆ ਲੋਕਾਂ ਨੂੰ, ਦਿਖਾਓ ਜੀ ਕਿਹਨੂੰ ਲਿਖ ਕੇ ਦਿੱਤਾ। ਲੋ ਜੀ ਪਹੁੰਚ ਚੁੱਕੇ ਆ ਜੀ ਇੱਕ ਵਾਰ ਫੇਰ ਗਲੋਬਲ ਗੁਰੂ ਦੇ ਦਫ਼ਤਰ 'ਚ। ਜਾਨੀ ਪਛਾਣੀ ਥਾਂ ਕਿਉਂ? ਮੈਂ ਤੁਹਾਨੂੰ ਦੱਸ ਦੇਣਾ, ਉਹੀ ਦਫ਼ਤਰ ਹੈ ਜਿਨ੍ਹਾਂ ਨੇ ਪਿਛਲੇ ਹਫਤੇ ਇੱਕ ਵੱਡਾ ਐਲਾਨ ਕੀਤਾ ਸੀ। ਇੱਕ ਆਫਰ ਇਹਨਾਂ ਨੇ ਚਲਾਈ ਸੀ ਕਿ ਸਾਰੀ ਕਮਿਸ਼ਨ ਯਾਨੀ ਕਿ ਕੋਈ ਵੀ ਸਟੂਡੈਂਟ ਵੀਜ਼ਾ ਅਪਲਾਈ ਕਰਦਾ ਕੈਨੇਡਾ ਦਾ, ਤੇ ਉਸ ਦੇ ਜਿਹੜੇ ਕਮਿਸ਼ਨ ਦੇ ਰੂਪ 'ਚ ਪੈਸੇ ਆਉਂਦੇ ਨੇ ਆਮ ਤੌਰ ਦੇ ਉੱਤੇ ਜਿਹੜੇ ਏਜੰਟਸ ਨੂੰ ਆਉਂਦੇ ਨੇ, ਉਹ ਸਾਰੇ ਵਾਪਸ ਕਰਨ ਦਾ ਐਲਾਨ ਇਹਨਾਂ ਨੇ ਕੀਤਾ ਸੀ। ਤੇ ਅੱਜ ਫੇਰ ਇੱਥੇ ਇੱਕ ਵਾਰੀ ਪਹੁੰਚ ਚੁੱਕੇ ਹਾਂ, ਸੋ ਗੱਲਬਾਤ ਕਰਾਵਾਂਗੇ ਤੁਹਾਡੀ। ਜਿਹੜੇ ਇੱਥੋਂ ਦੇ ਵੀਜ਼ਾ ਐਕਸਪਰਟ ਹੈਗੇ ਨੇ ਲਵਪ੍ਰੀਤ ਕੌਰ, ਫਿਲਹਾਲ ਮੈਡਮ ਫੋਨ ਤੇ ਬਿਜ਼ੀ ਨੇ, ਸੋ ਜਦੋਂ ਇਹ ਫ੍ਰੀ ਹੁੰਦੇ ਤੇ ਤੁਹਾਨੂੰ ਗੱਲ ਕਰਾਵਾਂਗੇ ਕਿ ਅੱਜ ਇਹਨਾਂ ਨੇ ਸਾਨੂੰ ਇੱਥੇ ਕਿਉਂ ਬੁਲਾਇਆ, ਕੀ ਮਕਸਦ ਹੈ ਬੁਲਾਉਣ ਦਾ। ਸੋ ਗੱਲਬਾਤ ਕਰਾਂਗੇ ਜੀ। ਬਿਲਕੁਲ ਕੋਈ ਗੱਲ ਨਹੀਂ, ਪੂਰਾ ਟਾਈਮ ਲਓ ਜੀ। ਬੜੀ ਚੰਗੀ ਗੱਲ ਹੈ, ਗਾਹਕਾਂ ਨੂੰ ਹਮੇਸ਼ਾ ਜਿਹੜੀ ਹੈ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਗਾਹਕ ਭਗਵਾਨ ਦਾ ਰੂਪ ਹੁੰਦਾ ਹੈ। ਕਿਉਂਕਿ ਜੇ ਕੋਈ ਵੀ ਕਿਸੇ ਤਰੀਕੇ ਦਾ ਤੁਸੀਂ ਐਲਾਨ ਕਰਦੇ ਹੋ, ਕੋਈ ਆਫਰ ਕਰਦੇ ਹੋ, ਤੇ ਗਾਹਕ ਦਾ ਜੇ ਤੁਹਾਨੂੰ ਕਾਲ ਆਉਂਦੀ ਤੁਹਾਨੂੰ ਜ਼ਰੂਰ ਸੁਣਨੀ ਚਾਹੀਦੀ ਹੈ ਜੀ। ਲਵਪ੍ਰੀਤ ਜੀ ਬਹੁਤ ਸਵਾਗਤ ਹੈ ਤੁਹਾਡਾ ਟੈਲੀਵਿਜ਼ਨ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਲਵਪ੍ਰੀਤ ਜੀ ਫੋਨ ਤੇ ਤੁਸੀਂ ਗੱਲ ਕਰ ਰਹੇ ਸੀ, ਆਇਆ
ਬਿਲਕੁਲ ਉਹ ਕਸਟਮਰਸ ਦੀ ਕਾਲਸ ਆ ਜਾਂਦੀਆਂ ਹੈ ਕਿਉਂਕਿ ਹਾਂਜੀ ਬਿਲਕੁਲ ਕਿਉਂਕਿ ਅਸੀਂ ਲਾਸਟ ਟਾਈਮ ਤੁਹਾਡੇ ਨਾਲ ਜੋ ਵੀ ਆਪਾਂ ਰਿਸਪੌਂਸ ਸੀ ਕਾਫੀ ਸਟੂਡੈਂਟਸ ਦਾ ਵਧੀਆ ਆਇਆ ਸੀ ਸਾਨੂੰ। ਸੋ ਕਾਫੀ ਸਟੂਡੈਂਟ ਇਦਾਂ ਦੇ ਨੇ ਕਿ ਜਿਹੜੇ ਕਹਿ ਰਹੇ ਸੀ ਕਿ ਲਾਈਵ ਫਾਈਲਿੰਗ ਹੈ। ਸੋ ਕੱਲ ਇੱਕ ਸਟੂਡੈਂਟ ਦੀ ਲਾਈਵ ਫਾਈਲਿੰਗ ਉਹਦੇ ਰਿਲੇਟਡ ਹੀ ਮੈਨੂੰ ਕਾਲ ਆਈ ਸੀ ਹੁਣੇ। ਸੋ ਬੱਚੇ ਨੂੰ ਟਾਈਮਿੰਗ ਦੱਸ ਰਹੀ ਸੀ ਕਿ ਕਿਸ ਟਾਈਮ ਤੇ ਬੱਚਾ ਅਵੇਲ ਕਰ ਸਕਦਾ ਇੱਥੇ ਵਿਜ਼ਿਟ ਕਰ ਸਕਦਾ ਔਰ ਅਸੀਂ ਬੱਚੇ ਦੀ ਲਾਈਵ ਫਾਈਲਿੰਗ ਕਰਦੇ। ਸੋ ਲਾਈਵ ਫਾਇਰਿੰਗ ਤੋਂ ਗੱਲ ਸ਼ੁਰੂ ਕਰਦੇ ਆ ਜੀ। ਮੈਂ ਇੱਕ ਵਾਰੀ ਰੀਕੈਪ 'ਚ ਲੈ ਨਾ ਆਪਣੇ ਦਰਸ਼ਕਾਂ ਨੂੰ ਸਕਰੀਨ ਦੇ ਉੱਤੇ। ਹਾਲਾਂਕਿ ਇਸ ਵੀਡੀਓ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਕੁਝ ਹਾਈਲਾਈਟਸ ਮੈਂ ਦਿਖਾ ਦੇਵਾਂਗਾ ਕਿ ਪਿਛਲੀ ਵਾਰੀ ਇਹਨਾਂ ਨੇ ਇੱਕ ਐਲਾਨ ਕੀਤਾ ਸੀ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਕੋਈ ਵੀ ਸਟੂਡੈਂਟ ਵੀਜ਼ਾ ਸਾਡੀ ਕੰਪਨੀ ਯਾਨੀ ਕਿ ਜਿਹੜੀ ਇਹਨਾਂ ਦੀ ਕੰਪਨੀ ਹੈ ਗਲੋਬਲ ਗੁਰੂ ਉੱਥੋਂ ਅਪਲਾਈ ਕਰੇਗਾ ਤੇ ਉਸ ਨੂੰ ਸਾਰੇ ਪੈਸੇ ਜਿਹੜੇ ਕਿ ਬਾਅਦ ਵਿੱਚ ਏਜੰਟ ਨੂੰ ਆਉਂਦੇ ਨੇ ਕਮਿਸ਼ਨ ਦੇ ਰੂਪ ਦੇ ਵਿੱਚ ਉਹ ਸਾਰੇ ਉਹ ਵਾਪਸ ਕਰ ਦੇਣਗੇ ਸਿਰਫ ਕੈਨੇਡਾ ਦੇ ਸਟੂਡੈਂਟ ਵਾਸਤੇ। ਇਸ ਦੇ ਨਾਲ ਹੀ ਇਹਨਾਂ ਨੇ ਕਿਹਾ ਸੀ ਕਿ ਇੱਕ ਲਾਈਵ ਫਾਈਲਿੰਗ ਕਿ ਜਿਹੜੀ ਵੀ ਫਾਈਲਿੰਗ ਹੈ, ਦੇਖੋ ਇਹ ਬੜੀ ਅਹਿਮ ਗੱਲ ਹੈ ਕਿ ਫਾਈਲਿੰਗ ਜਿਹੜੀ ਹੈ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਏਗੀ। ਜੇਕਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਏਗੀ ਤੁਹਾਡੇ ਵੀਜ਼ੇ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਕਿਉਂਕਿ ਤੁਹਾਨੂੰ ਪਤਾ ਲੱਗੇਗਾ ਕਿ ਬੱਚੇ ਦੀ ਫਾਈਲ ਦੇ ਵਿੱਚ ਕੀ ਡਾਕੂਮੈਂਟਸ ਐਡ ਹੋ ਰਹੇ ਨੇ। ਜੇਕਰ ਅਸੀਂ ਦੱਸ ਰਹੇ ਹਾਂ ਇਸ ਚੀਜ਼ ਨੂੰ, ਇਹਦਾ ਕਹਿਣ ਦਾ ਮਤਲਬ ਹੈ ਕਿ ਬੱਚੇ ਨੂੰ ਪਤਾ ਲੱਗਦਾ ਕਿ ਬੱਚੇ ਦੀ ਫਾਈਲ 'ਚ ਕੀ ਡਾਕੂਮੈਂਟ ਲੱਗਣਗੇ। ਸੋ ਵੀਜ਼ਾ ਚਾਂਸਸ ਬੱਚੇ ਨੂੰ ਖੁਦ ਪਤਾ ਚੱਲ ਜਾਏਗਾ ਕਿ ਕਿੰਨੀ ਕਿ ਵਧੀਆ ਤਰੀਕੇ ਨਾਲ ਸਾਡੀ ਫਾਈਲ ਜਿਹੜੀ ਆ ਗਲੋਬਲ ਜੀ ਬਿਲਕੁਲ ਜਿਹੜੀ ਕਿ ਵੀਜ਼ਾ ਫਾਈਲਿੰਗ ਹੈ, ਵੀਜ਼ਾ ਦੀ ਜਿਹੜੀ ਹੈ ਲਾਈਵ ਫਾਈਲਿੰਗ ਦੀ ਫੈਸਿਲਿਟੀ ਦੇ ਰਹੇ। ਹਾਲਾਂਕਿ ਮੈਂ ਤਾਰੀਫ ਕਰਾਂਗਾ ਜੀ, ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਕਿ ਆਪਣੇ ਪ੍ਰੋਫੈਸ਼ਨ ਦਾ ਭੇਦ ਕਿਸੇ ਨੂੰ ਦਿੰਦੇ ਨੇ ਕਿਉਂਕਿ ਜਦੋਂ ਕਿਸੇ ਨੂੰ ਕੋਲ ਬਿਠਾ ਕੇ ਤੁਸੀਂ ਕੰਮ ਕਰਵਾਉਂਦੇ ਹੋ ਸੋ ਬੜੇ ਲੋਕ ਗਰੇਜ ਕਰਦੇ ਨੇ ਜੀ ਇਹਨਾਂ ਨੂੰ ਕੁਝ ਪਤਾ ਨਾ ਲੱਗੇ। ਬਟ ਇਹਨਾਂ ਦੀ ਇੱਕ ਖਾਸੀਅਤ ਹੈ, ਇੱਕ ਚੰਗੀ ਗੱਲ ਹੈ, ਮੈਨੂੰ ਇਹ ਗੱਲ ਚੰਗੀ ਲੱਗੀ ਹੈ ਕਿ ਇਹਨਾਂ ਨੇ ਇਹ ਡਿਸੀਜਨ ਲਿੱਤਾ ਕਿ ਲਾਈਵ ਫਾਈਲਿੰਗ ਜਦੋਂ ਲਾਈਵ ਫਾਈਲਿੰਗ ਕਰਵਾਉਂਦੇ ਨੇ ਉਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਤੁਹਾਡਾ ਕੀ ਡਾਕੂਮੈਂਟ ਲੱਗ ਰਿਹਾ ਹੈ ਕਿਉਂਕਿ ਆਮ ਤੌਰ ਦੇ ਉੱਤੇ ਮੈਂ ਕਈ ਕੇਸ ਵੀ ਦੇਖੇ ਨੇ ਕਿ ਕੇਸ ਤੁਹਾਡੀ ਚੰਗੀ ਭਲੀ ਪ੍ਰੋਫਾਈਲ ਹੁੰਦੀ ਹੈ ਏਜੰਟ ਦੀ ਵਜ੍ਹਾ ਦੇ ਨਾਲ ਖਰਾਬ ਹੋ ਜਾਂਦੀ ਹੈ ਕਿਉਂਕਿ ਕੋਈ ਨਾ ਕੋਈ ਚੀਜ਼ ਕੋਈ ਨਾ ਕੋਈ ਕਾਗਜ਼ ਜਾਂ ਕੋਈ ਨਾ ਕੋਈ ਗਲਤ ਜਾਣਕਾਰੀ ਜਿਹੜੀ ਹੈ ਉਹ ਭਰ ਦਿੱਤੀ ਜਾਂਦੀ। ਜੇ ਤੁਸੀਂ ਨਾਲ ਬੈਠੇ ਹੋ ਤਾਂ ਤੁਹਾਨੂੰ ਪਤਾ ਹੈ ਕਿ ਇਹ ਜਾਣਕਾਰੀ ਸਹੀ ਹੈ ਜਾਂ ਗਲਤ। ਸੋ ਮੈਮ ਜਿਹੜੀ ਲਾਈਵ ਫਾਈਲਿੰਗ ਦੀ ਜਿਹੜਾ ਰਿਸਪੌਂਸ ਤੁਸੀਂ ਇੱਕ ਆਫਰ ਦਿੱਤੀ ਸੀ ਉਹਦਾ ਕੀ ਰਿਸਪੌਂਸ ਹੈ ਤੇ ਲਾਈਵ ਫਾਈਲਿੰਗ ਦੇ ਵਿੱਚ ਕਿਵੇਂ ਐਡਜਸਟ ਕਰ ਰਹੇ ਹੋ ਤੁਸੀਂ ਕਸਟਮਰ? ਦੇਖੋ ਅਸੀਂ ਤਾਂ ਪੂਰਾ ਆਪਣਾ 110% ਦੇ ਰਹੇ ਹਾਂ ਕਿ ਜੋ ਵੀ ਸਟੂਡੈਂਟ ਆਂਦਾ ਹੈ ਉਹਨੂੰ ਅਪ ਟੂ ਮਾਰਕ ਹਰ ਚੀਜ਼ ਦੀ ਉਹਨੂੰ ਨੌਲੇਜ ਦਿੱਤੀ ਜਾਵੇ ਔਰ ਉਹਨੂੰ ਬਿਲਕੁਲ ਨਾਲ ਬਿਠਾ ਕੇ ਅਸੀਂ ਉਹਨੂੰ ਫਾਈਲਿੰਗ ਕਰਕੇ ਦੇਖ ਰਹੇ ਹਾਂ ਕਿ ਬੱਚੇ ਨੂੰ ਪਤਾ ਲੱਗ ਰਿਹਾ ਕਿ ਮੇਰੀ ਫਾਈਲ 'ਚ ਕੀ ਡਾਕੂਮੈਂਟਸ ਮੈਂ ਬੱਚੇ ਨੂੰ ਜਿਹੜੇ ਉਹਨਾਂ ਨੇ ਸਾਨੂੰ ਪ੍ਰੋਵਾਈਡ ਕੀਤੇ ਹੋਏ ਆ ਉਹੀ ਡਾਕੂਮੈਂਟਸ ਬੱਚੇ ਦੀ ਫਾਈਲ 'ਚ ਰੱਖ ਰਹੇ ਕਿਉਂਕਿ ਦੇਖੋ ਨਿਕਲ ਜੀ ਇੱਕ ਮੇਨ ਜਿਹੜਾ ਮੁੱਦਾ ਹੁੰਦਾ ਹੈ ਬੱਚੇ ਦਾ ਉਹ ਫਾਈਲ ਤੋਂ ਹੀ ਕਲੀਅਰ ਹੁੰਦਾ ਹੈ ਕਿ ਵੀਜ਼ਾ ਜਿਹੜਾ ਲੈਣ ਦਾ ਮੇਨ ਮੁੱਦਾ ਆ। ਜੇਕਰ ਤੁਸੀਂ ਬੱਚੇ ਨੇ ਆਪਣੀ ਫਾਈਲਿੰਗ ਦੇਖ ਲਈ ਤਾਂ ਮੈਨੂੰ ਲੱਗੇਗਾ ਕੋਈ ਬੱਚਾ ਸੰਕੋਚ ਨਹੀਂ ਕਰੇਗਾ ਕਿ ਮੈਨੂੰ ਪਤਾ ਹੈ ਮੇਰੀ ਫਾਈਲ ਦੇ ਵਿੱਚ ਕੀ ਡਾਕੂਮੈਂਟਸ ਲੱਗੇ ਨੇ। ਸੋ ਵੀਜ਼ਾ ਚਾਂਸਸ ਉੱਤੇ ਹੀ ਕਾਫੀ ਜ਼ਿਆਦਾ ਜਿਹੜੇ ਅਪਡੇਟ ਹੋ ਜਾਂਦੇ ਬੱਚੇ। ਦੇਖੋ ਜੀ ਤੁਹਾਡੀ ਜਿਹੜੀ ਵੀਡੀਓ ਲਾਸਟ ਟਾਈਮ ਆਪਾਂ ਕਰਕੇ ਗਏ ਸੀ ਉਸ ਦੇ ਥੱਲੇ ਬਹੁਤ ਕਮੈਂਟ ਆਏ ਸੀ ਕਿ ਆਖਰਕਾਰ ਤੁਹਾਡੀ ਕਮਾਈ ਦਾ ਜ਼ਰੀਆ ਕੀ ਹੋਏਗਾ। ਬਹੁਤ ਜ਼ਿਆਦਾ ਕਮੈਂਟ ਜਿਹੇ ਆ ਰਹੇ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਤੁਹਾਡੀ ਕਮਾਈ ਕਿਵੇਂ ਕਰੋਗੇ। ਤੁਸੀਂ ਕਹਿ ਰਹੇ ਹੋ ਕਿ ਜੀ ਆਪਾਂ ਸਾਰੇ ਪੈਸੇ ਵਾਪਸ ਕਰ ਦਾਂਗੇ ਹੈ ਨਾ, ਜਿੰਨੀ ਵੀ ਕਮਿਸ਼ਨ ਆਏਗੀ ਇਮਾਨਦਾਰੀ ਦੇ ਨਾਲ। ਈਵਨ ਕਿ ਇਹਨਾਂ ਨੇ ਕਿਹਾ ਸੀ ਲਿਖ ਕੇ ਦੇਵਾਂਗੇ ਉਹ ਵੀ ਚੈੱਕ ਕਰਾਂਗੇ ਕਿਉਂਕਿ ਰਿਐਲਿਟੀ ਚੈੱਕ ਕਰਨਾ ਵੀ ਜੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹਨਾਂ ਦੀ ਕਈ ਹੋਈ ਕਿਸੇ ਗੱਲ ਤੇ ਯਕੀਨ ਨਹੀਂ ਕਰਨਾ। ਮੈਂ ਪਿਛਲੀ ਵਾਰ ਵੀ ਕਿਹਾ ਸੀ ਇਸ ਵਾਰ ਵੀ ਕਹਿਣਾ ਜੇਕਰ ਕੋਈ ਵੀ ਆਫਰ ਦਿੰਦਾ ਮਾਈਕ ਦੇ ਸਾਹਮਣੇ ਕੈਮਰੇ ਦੇ ਸਾਹਮਣੇ ਆਫਰ ਦਿੰਦਾ ਕਈ ਹੋਈ ਗੱਲ ਦੇ ਉੱਤੇ ਯਕੀਨ ਨਹੀਂ ਕਰਨਾ, ਲਿਖੀ ਹੋਈ ਗੱਲ ਤੇ ਯਕੀਨ ਕਰਨਾ। ਸੋ ਮੈਂ ਦੱਸੋ ਕਿ ਕੀ ਰਿਸਪੌਂਸ ਆਇਆ ਜੀ ਸਭ ਤੋਂ ਪਹਿਲਾਂ? ਸਾਨੂੰ ਕਾਫੀ ਅੱਛਾ ਰਿਸਪੌਂਸ ਆਇਆ ਜੋ ਕਿ ਅਸੀਂ ਲਾਸਟ ਟਾਈਮ ਬੱਚਿਆਂ ਨੂੰ ਅਵੇਲ ਕੀਤਾ ਸੀ ਕਿ ਜੋ ਵੀ ਸਟੂਡੈਂਟਸ ਹੈਗੇ ਆ ਜਿਨ੍ਹਾਂ ਦੀ ਪ੍ਰੋਫਾਈਲ ਅੱਛੀ ਹੈ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ ਨੇ ਸੋ ਕੈਨੇਡਾ ਦਾ ਕਾਫੀ ਭਰਵਾਂ ਹੁੰਗਾਰਾ ਜਿਹੜਾ ਆ ਸਾਨੂੰ ਮਿਲਿਆ ਹੈ ਔਰ ਕਾਫੀ ਸਟੂਡੈਂਟਸ ਨੇ ਜਿਹੜੇ ਐਨਰੋਲਮੈਂਟ ਕੀਤੀ ਹੈ। ਆਪਣਾ ਅੱਛਾ ਰਿਸਪੌਂਸ ਹੈ। ਜੇ ਅਸੀਂ ਲਿਖਤੀ ਦੀ ਗੱਲ ਕਰਦੇ ਹਾਂ ਸੋ ਬੱਚਿਆਂ ਨੇ ਜਿਹੜੇ ਵੀ ਐਗਰੀਮੈਂਟ ਸਾਡੇ ਨਾਲ ਕੀਤੇ ਹੈ ਸੋ ਐਗਰੀਮੈਂਟ ਦੇ ਉੱਤੇ ਅਸੀਂ ਰਿਟਨ ਦੇ ਵਿੱਚ ਬੱਚਿਆਂ ਨੂੰ ਲਿਖ ਕੇ ਦਿੱਤਾ ਹੈ ਕਿ ਜੋ ਵੀ ਇਨਸੈਂਟਿਵਸ ਜਿਹੜੇ ਆ ਸਾਨੂੰ ਪੇ ਆਊਟ ਹੁੰਦੇ ਨੇ ਸਾਨੂੰ ਕਾਲਜਸ ਵੱਲੋਂ ਕੈਨੇਡਾ ਦੇ ਕਾਲਜਸ ਵੱਲੋਂ ਉਹ ਅਸੀਂ ਬੱਚਿਆਂ ਨੂੰ ਰਿਟਰਨ ਕਰਾਂਗੇ ਜਦੋਂ ਬੱਚਾ ਸਾਡੇ ਤੋਂ ਅਪਲਾਈ ਕਰਦਾ। ਸੋ ਇੱਕ ਟਾਈਮ ਡਿਊਰੇਸ਼ਨ ਸੀ ਨਿਕਲ ਜੀ ਉਹਦੇ ਵਿੱਚ ਕਿ ਅਸੀਂ ਸਮਾਂ ਦਿੱਤਾ ਸੀ 1 ਤੋਂ 10 ਤਰੀਕ ਦੇ ਵਿੱਚ ਕਿ 1 ਤੋਂ 10 ਤਰੀਕ ਦੇ ਵਿੱਚ ਜਿਹੜਾ ਵੀ ਬੱਚਾ ਸਾਡੇ ਤੋਂ ਆਪਣਾ ਕੇਸ ਫਾਈਲ ਕਰੇਗਾ ਅਸੀਂ ਉਸ ਬੱਚੇ ਨੂੰ ਪੇ ਆਊਟਸ ਇਨਸੈਂਟਿਵ ਜਿਹੜੇ ਆ ਅਸੀਂ ਰਿਟਰਨ ਕਰ ਦਾਂਗੇ। ਕਿਉਂਕਿ ਪਿਛਲੀ ਵਾਰ ਆਪਾਂ ਆਏ ਸੀ ਇੱਕ ਚੀਜ਼ ਦਾ ਮੈਨੂੰ ਪਰਿਵਰਤਨ ਨਜ਼ਰ ਆਇਆ। ਇਸ ਵਾਰੀ ਕਮਿਸ਼ਨ ਦੀ ਬਜਾਏ ਇੱਕ ਨਵਾਂ ਸ਼ਬਦ ਆ ਗਿਆ ਇਨਸੈਂਟਿਵ। ਮੈਡਮ ਕੀ ਗੱਲ ਕਮਿਸ਼ਨ ਕਿੱਥੇ ਗਈ? ਸਰ ਕਮਿਸ਼ਨਸ ਉੱਥੇ ਹੀ ਆ। ਕਮਿਸ਼ਨਸ ਅਸੀਂ ਅੱਜ ਵੀ ਗਲੋਬਲ ਗੁਰੂ ਆਪਣੀ ਗੱਲਾਂ ਤੇ ਖਰਾ ਉਤਰਿਆ ਅੱਜ ਵੀ ਅਸੀਂ ਉੱਥੇ ਹੀ ਆ। ਬਟ ਇਦਾਂ ਦੇ ਜਦੋਂ ਅਸੀਂ ਆਪਣੀ ਪੋਸਟ ਨੂੰ ਜਿਹੜਾ ਆ ਅੱਗੇ ਵਧਾਇਆ ਸੋ ਕਾਫੀ ਨੀਚੇ ਇਨਬਾਕਸ 'ਚ ਕਮੈਂਟਸ ਇਦਾਂ ਦੇ ਆਏ ਆ ਕਿ ਤੁਸੀਂ ਮਤਲਬ ਇੱਕਦਮ ਜਿਹੜਾ ਇੰਡਸਟਰੀ 'ਚ ਤਬਦੀਲੀ ਆ ਗਈ ਇਸ ਚੀਜ਼ ਨੂੰ ਲੈ ਕੇ। ਸੋ ਇਸ ਕਰਕੇ ਜਿਹੜਾ ਮੇਨ ਕਾਰਨ ਹੈ ਇਨਸੈਂਟਿਵਸ ਔਰ ਜਿਹੜਾ ਆ ਇੱਕਦਮ ਦਾ ਪੇ ਆਊਟਸ ਵਰਡ ਜਿਹੜਾ ਆ ਅਸੀਂ ਯੂਜ਼ ਕਰ ਰਹੇ ਹਾਂ ਕਿ ਇੰਡਸਟਰੀ ਨੂੰ ਵੀ ਇਸ ਚੀਜ਼ ਨੂੰ ਲੱਗੇ ਕਿ ਬਿਲਕੁਲ ਜਿਸ ਗੱਲ ਤੇ ਗਲੋਬਲ ਗੁਰੂ ਕਹਿ ਰਿਹਾ ਉਸ ਗੱਲ ਤੇ ਹੀ ਅਸੀਂ ਖਰੇ ਉਤਰੇ। ਅੱਜ ਵੀ ਅਸੀਂ ਬੱਚੇ ਨੂੰ ਜੋ ਪੇ ਆਊਟ ਸਾਨੂੰ ਆਣਗੇ ਅਸੀਂ ਇੰਡਸਟਰੀ ਦੀ ਗੱਲ ਹੋਈ ਹੈ ਜੀ, ਇੰਡਸਟਰੀ ਦੀ ਗੱਲ ਹੋ ਰਹੀ ਹੈ, ਇੰਡਸਟਰੀ ਇਮੀਗ੍ਰੇਸ਼ਨ ਇੰਡਸਟਰੀ ਦੀ ਗੱਲ ਹੋ ਰਹੀ ਹੈ। ਇੱਥੇ ਮੈਂ ਤੁਹਾਨੂੰ ਦੱਸ ਦਵਾਂ ਜੀ ਕਿਸ ਤਰੀਕੇ ਦੇ ਇਤਰਾਜ਼ ਆਏ ਸਾਹਮਣੇ। ਮੈਡਮ ਇਮਾਨਦਾਰੀ ਨਾਲ ਜਵਾਬ ਦੇਣਾ ਕਿ ਇਸ ਇੰਡਸਟਰੀ ਨੂੰ ਤੁਹਾਡੀ ਆਫਰ ਹਜਮ ਹੋਈ ਜਾਂ ਨਹੀਂ ਹੋਈ? ਬਿਲਕੁਲ ਨਹੀਂ
ਹਜਮ ਹੋਈ ਕਿਉਂਕਿ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਇਸ ਚੀਜ਼ ਦੇ ਉਤਰਾਅ ਹੋ ਗਏ ਕਿ ਕਿੱਦਾਂ ਤੁਸੀਂ ਵਾਪਸ ਕਰ ਸਕਦੇ ਹੋ, ਕਿ ਅਗਰ ਤੁਸੀਂ ਉਹਨਾਂ ਨੂੰ ਵਾਪਸ ਨਹੀਂ ਕਰ ਦੋਗੇ ਤਾਂ ਕੀ ਕਮਾਓਗੇ, ਤੁਸੀਂ ਕਿੱਦਾਂ ਆਪਣੀਆਂ ਬ੍ਰਾਂਚਸ ਆਫਿਸ ਚਲਾਓਗੇ। ਮੇਰੀ ਗੱਲ ਸੁਣੋ, ਬੜੀ ਸਮਝਣ ਵਾਲੀ ਗੱਲ ਹੈ ਮੈਡਮ ਦੀ ਗੱਲ ਕਿ ਵਾਕਈ ਜੇ ਇੰਡਸਟਰੀ ਨੂੰ ਇਤਰਾਜ਼ ਹੋਇਆ ਤੇ ਇਤਰਾਜ਼ ਕਿਉਂ ਹੋਇਆ। ਆਲੀਸ਼ਾਨ ਦਫ਼ਤਰ, ਆਲੀਸ਼ਾਨ ਲਗਜ਼ਰੀ ਗੱਡੀਆਂ, ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਹਾਈ ਪ੍ਰੋਫਾਈਲ ਲੋਕੇਸ਼ਨਾਂ, ਬੈਸਟ ਲੋਕੇਸ਼ਨਾਂ ਦੇ ਦਫ਼ਤਰ ਇੰਨੇ ਕਿਰਾਏ ਕਿੱਦਾਂ ਨਿਕਲਣਗੇ ਜੇਕਰ ਇਦਾਂ ਦੀ ਤੁਸੀਂ ਮੰਨ ਲਓ ਐਲਾਨ ਤੁਸੀਂ ਕਰਤਾ ਹੈ। ਹੁਣ ਤੁਸੀਂ ਪਹਿਲੇ ਤਾਂ ਇਹ ਦੱਸੋ ਕਿ ਉਹ ਸਕੀਮ ਖਤਮ ਹੋ ਗਈ ਹੈ ਕਿ ਕਾਇਮ ਹੈ, ਫਿਰ ਅਗਲੀ ਗੱਲ ਕਰਦਾ। ਸਕੀਮ ਜਿਹੜੀ ਆ ਹੱਲੇ ਵੀ ਕਾਇਮ ਹੈ। ਅਸੀਂ ਇਸ ਤਰੀਕ ਨੂੰ 10 ਤਰੀਕ ਤੱਕ ਨਿਰਧਾਰਿਤ ਕੀਤਾ ਸੀ ਕਿ 10 ਦਸੰਬਰ ਇੱਕ ਲਾਸਟ ਡੇਟ ਰੱਖੀ ਸੀ, ਬਟ ਉਸ ਤੋਂ ਬਾਅਦ ਵੀ ਸਾਨੂੰ ਕਾਫੀ ਸਟੂਡੈਂਟਸ ਇਦਾਂ ਦੇ ਮਿਲੇ ਕਿ ਜਿਹੜੇ ਡਿਫਰੈਂਟ ਕੰਟਰੀਜ਼ ਨੂੰ ਲੈ ਕੇ ਸਾਡੇ ਕੋਲ ਕੁਐਰੀਜ਼ ਜਨਰੇਟ ਹੋਈਆਂ। ਸੋ ਕਾਉਂਸਲਿੰਗ ਟੀਮਸ ਦੇ ਨਾਲ ਲਈ ਆਪਾਂ ਗੱਲ ਕੀਤੀ ਹੈ। ਸੋ ਕਾਫੀ ਸਾਡੇ ਕੋਲ ਇਦਾਂ ਦੀਆਂ ਜਿਹੜੀਆਂ ਕੁਐਰੀਜ਼ ਜਨਰੇਟ ਹੋਈਆਂ ਕਿ ਬੱਚੇ ਚਾਹੁੰਦੇ ਸੀ ਇਸ ਟੀਮ ਨੂੰ ਜਿਹੜਾ ਹੈ ਇਸ ਚੀਜ਼ ਨੂੰ ਹੋਰ ਵਧਾਉਣਾ। ਸੋ ਅਸੀਂ ਇਸੇ ਕਰਕੇ ਇਸ ਚੀਜ਼ ਨੂੰ 31 ਦਸੰਬਰ ਤੱਕ ਕੀਤਾ ਹੈ। ਤੁਸੀਂ ਇੱਕ ਵਾਰੀ ਧਿਆਨ ਨਾਲ ਸੁਣ ਲਓ ਕਿ ਅੱਜ ਵੀ ਜੇ ਕੋਈ ਬੱਚਾ ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਆਪਣਾ ਕੇਸ ਅਪਲਾਈ ਕਰਨਾ ਚਾਹੁੰਦਾ ਹੈ, ਸੋ 31 ਦਸੰਬਰ ਤੱਕ ਤੁਸੀਂ ਇਸ ਆਫਰ ਦਾ ਫਾਇਦਾ ਲੈ ਸਕਦੇ ਹੋ। ਜੋ ਪੇ ਆਊਟ, ਜੋ ਇਨਸੈਂਟਿਵ ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਮਿਲਣਗੇ, ਉਹ ਇਨਸੈਂਟਿਵ ਪੇ ਆਊਟਸ ਅਸੀਂ ਜਿਹੜੇ ਆ ਰਿਟਰਨ ਕਰਾਂਗੇ ਬੱਚਿਆਂ ਨੂੰ। ਅਸੀਂ ਪ੍ਰੋਮਿਸ ਕਰਦੇ ਹਾਂ ਕਿ ਜੋ ਵੀ ਪੇ ਆਊਟ ਸਾਨੂੰ ਇਨਸੈਂਟਿਵਸ ਮਿਲਣਗੇ ਅਸੀਂ ਬੱਚਿਆਂ ਨੂੰ ਰਿਟਰਨ ਕਰਾਂਗੇ। 31 ਦਸੰਬਰ ਤੱਕ ਇਸ ਚੀਜ਼ ਦਾ ਜਿਹੜਾ ਆ ਵਾਅਦਾ ਕਰਦਾ ਗਲੋਬਲ। ਲੋ ਜੀ, ਇਹ ਮੈਮ ਨੇ ਨਾ ਮੈਨੂੰ ਫੋਨ ਕੀਤਾ ਸੀਗਾ 2 ਦਿਨ ਪਹਿਲਾਂ। ਇਹਨਾਂ ਦਾ ਫੋਨ ਆਇਆ ਸੀਗਾ ਕਿ ਜੀ ਆਪਾਂ ਕੁਝ ਐਕਸਟੈਂਸ਼ਨਸ ਕਰਨੀਆਂ। ਪਹਿਲੇ ਤਾਂ ਆਫਰ ਨੂੰ ਲੈ ਕੇ ਗੱਲਬਾਤ ਹੋਈ, ਇਹਨਾਂ ਨੇ ਕਿਹਾ ਟਾਈਮ ਵਧਾ ਰਹੇ। ਮੈਂ ਕਿਹਾ ਕਿਉਂ। ਹੁਣ ਮੈਡਮ ਇਹ ਸਵਾਲ ਖੈਰ ਤੁਸੀਂ ਮੈਨੂੰ ਪਰਸਨਲ ਫੋਨ ਦੇ ਉੱਤੇ ਗੱਲ ਕੀਤੀ ਸੀ, ਪਰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਰਿਹਾ। ਇਹਨਾਂ ਨੇ ਕਿਹਾ ਜੀ ਕੋਈ ਮੈਂ ਵੀ ਵੇ ਜਿੱਦ ਤੇ ਆ ਗਈ ਹਾਂ। ਮੈਨੂੰ ਇਹ ਦੱਸੋ ਇਹ ਕੀ ਜਿੱਦ ਹੈ ਜਿੱਦ ਤੁਸੀਂ ਆਫਰ ਵਧਾਈ ਹੈ। ਸਰ ਜਿੱਦ ਦਾ ਕਾਰਨ ਇਹ ਹੈ ਕਿਉਂਕਿ ਜਦੋਂ ਅਸੀਂ ਇੰਡਸਟਰੀ ਦੇ ਵਿੱਚ ਦੇਖਿਆ ਇਹ ਚੀਜ਼ ਤਬਦੀਲੀ ਆਂਦੀ ਹੋਈ, ਸੋ ਮੈਂ ਇਹ ਕਹਿ ਰਹੀ ਹਾਂ ਕਿ ਜੇਕਰ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਅਸੀਂ ਬੱਚੇ ਤੋਂ ਜੋ ਵੀ ਕਮਿਟਮੈਂਟਸ ਕੀਤੀਆਂ ਸੀ ਉਸ ਚੀਜ਼ ਤੇ ਖਰੇ ਉਤਰ ਰਹੇ ਹਾਂ। ਔਰ ਅਸੀਂ ਪਲੱਸ ਬੱਚੇ ਨੂੰ ਜੇਕਰ ਅਸੀਂ ਬੱਚੇ ਨੂੰ ਪੇ ਕਰ ਰਹੇ ਹਾਂ ਤਾਂ ਕਿਸੇ ਨੂੰ ਇਸ ਚੀਜ਼ ਨਾਲ ਕੋਈ ਤੰਗੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹ ਜਿਹੜਾ ਕੋਵਿਡ ਦਾ ਟਾਈਮ ਨਿਕਲਿਆ ਹੈ ਕਾਫੀ ਜ਼ਿਆਦਾ ਜਿਹੜਾ ਲਾਸ ਲੋਕਾਂ ਨੇ ਝੇਲਿਆ ਆ। ਸੋ ਅਸੀਂ ਦੇਖ ਰਹੇ ਹਾਂ ਅੱਜ ਵੀ ਸਾਡੇ ਜਿਹੜੇ ਕਿਸਾਨ ਭਰਾ ਅੱਜ ਵੀ ਉੱਥੇ ਖੱਜਲ ਹੋ ਰਹੇ ਆ। ਸੋ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਦੀ ਸਪੋਰਟ ਕਰ ਰਹੇ ਹਾਂ। ਅੱਜ ਦੀ ਡੇਟ ਦੇ ਵਿੱਚ ਜਿਹੜਾ ਆ ਸਟੂਡੈਂਟ ਵੀਜ਼ਾ ਲਈ ਬੱਚਾ, ਕੁਝ ਨਾ ਕੁਝ ਬੱਚੇ ਇਦਾਂ ਦੇ ਜਿਹੜੇ ਪੈਸੇ ਪੱਖੋਂ ਰਹਿ ਜਾਂਦੇ ਆ, ਸੋਚਦੇ ਆ ਕਿ ਅਸੀਂ ਕਿੱਦਾਂ ਕਰਜ਼ਾ ਚੱਕਾਂਗੇ, ਸਾਡੇ ਤੋਂ ਪੈਸੇ ਪੇ ਆਊਟ ਜਿਹੜੇ ਵਾਪਸ ਨਹੀਂ ਹੋ ਪਾਣੇ। ਪਰ ਗਲੋਬਲ ਗੁਰੂ ਇਮੀਗ੍ਰੇਸ਼ਨ ਨੇ ਦਾਅਵਾ ਕੀਤਾ ਹੈ ਕਿ ਜੇਕਰ ਤੁਸੀਂ ਕਰਜ਼ਾ ਚੱਕ ਕੇ ਵੀ ਕਰਦੇ ਹੋ ਅਸੀਂ ਪੂਰੀ ਪੇਮੈਂਟ ਤਾਂ ਨਹੀਂ ਤੁਹਾਨੂੰ, ਪਰ ਜਿੰਨਾ ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਹੋ ਸਕਦਾ ਹੈ ਉਹ ਅਸੀਂ ਪੈਸੇ ਤੁਹਾਨੂੰ ਰਿਟਰਨ ਕਰਵਾਵਾਂਗੇ ਇਨਸੈਂਟਿਵਸ ਦੇ। ਲੋ ਜੀ, ਇਹ ਗੱਲ ਸੁਣਨ ਤੋਂ ਬਾਅਦ ਇੱਕ ਗੱਲ ਤਾਂ ਮੈਂ ਜ਼ਰੂਰ ਕਹਾਂਗਾ ਕਿ ਇਮੀਗ੍ਰੇਸ਼ਨ ਇੰਡਸਟਰੀ ਦੇ ਉਹਨਾਂ ਲੋਕਾਂ ਵਾਸਤੇ, ਸਾਰਿਆਂ ਵਾਸਤੇ ਨਹੀਂ ਜਿਨ੍ਹਾਂ ਨੂੰ ਵੀ ਕਿਸੇ ਵੀ ਤਰੀਕੇ ਦਾ ਇਹੋ ਜਿਹੀ ਆਫਰਾਂ ਤੇ ਇਤਰਾਜ਼ ਹੈ। ਜੇਕਰ ਆਪਾਂ ਕੋਈ ਚੰਗਾ ਕੰਮ ਨਹੀਂ ਕਰ ਸਕਦੇ, ਕਿਸੇ ਦਾ ਭਲਾ ਨਹੀਂ ਕਰ ਸਕਦੇ, ਤੇ ਜਿਹੜਾ ਕਰਦਾ ਉਹਨੂੰ ਕਰ ਲੈਂਦੇ ਹੋ, ਠੀਕ ਹੈ ਕਿ ਨਹੀਂ। ਜੇ ਕੋਈ ਬੰਦਾ ਦੇਖੋ, ਦੈਨਿਕ ਮੇਲ ਪੰਜਾਬੀ ਟੀਵੀ ਦਾ ਮਕਸਦ ਹੁੰਦਾ ਵਾ ਕਿ ਹਰ ਗੱਲ ਨੂੰ ਸਾਹਮਣੇ ਲੈ ਕੇ ਆਣਾ। ਜੇ ਕੋਈ ਬੰਦਾ ਆਪਣਾ ਆਫਰ ਦੇ ਰਿਹਾ ਵਾ ਆਪਾਂ ਆਫਰ ਵੀ ਦਿਖਾਉਂਦੇ ਆ। ਕਿਉਂ ਦਿਖਾਉਂਦੇ ਆ? ਕਿਉਂਕਿ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਵੀਜ਼ਾ ਕੀ ਹੈ, ਕੈਰੀਅਰ ਕਾਉਂਸਲਿੰਗ ਆਪਾਂ ਦੇ ਵਿੱਚ ਕਰਦੇ ਆ। ਉਹ ਸਟੂਡੈਂਟ ਨੂੰ ਦੱਸਦੇ ਆ ਕਿ ਤੁਹਾਡਾ ਭਵਿੱਖ ਕਿਹਦੇ ਵਿੱਚ ਚੰਗਾ ਕਿਹਦੇ ਵਿੱਚ ਮਾੜਾ। ਪਰ ਤੁਸੀਂ ਇੱਕ ਗੱਲ ਦੇਖੋ ਕਿ ਇਹੋ ਜਿਹੇ ਮਸਲੇ ਦੇ ਵਿੱਚ ਜਦੋਂ ਕਿਸੇ ਨੂੰ ਪੈਸੇ ਵਾਪਸ ਆਉਂਦੇ, ਇਹਨਾਂ ਦਾ ਦਾਅਵਾ ਇਹਦੇ ਵਿੱਚ ਦੈਨਿਕ ਮੇਲ ਪੰਜਾਬੀ ਟੀਵੀ ਇਹਨਾਂ ਦੇ ਕਿਸੇ ਦਾਅਵੇ ਦੀ ਗਾਰੰਟੀ ਨਹੀਂ ਲੈਂਦਾ। ਮੈਂ ਤਾਂ ਹੀ ਕਹਿੰਦਾ ਲਿਖ ਕੇ ਲੈਣਾ ਇਹਨਾਂ ਕੋਲੋਂ, ਠੀਕ ਹੈ। ਲਿਖ ਕੇ ਦਾਅਵਾ ਕਰਦੇ ਨੇ ਜੀ ਕਿ ਆਪਾਂ ਤੁਹਾਨੂੰ ਜਿਹੜਾ ਇਨਸੈਂਟਿਵ ਹੈ, ਚਲੋ ਕਮਿਸ਼ਨ ਸ਼ਬਦ ਮੈਂ ਵੀ ਕੱਟ ਦੇਣਾ ਜੇ ਅਗਲੇ ਦੇ ਪ੍ਰੋਫੈਸ਼ਨ 'ਚ ਇਸ ਗੱਲ ਨੂੰ ਲੈ ਕੇ ਕੋਈ ਪ੍ਰੋਬਲਮ ਆਉਂਦੀ ਤੇ ਜਾਓ, ਮੈਂ ਵੀ ਕਮਿਸ਼ਨ ਸ਼ਬਦ ਦਾ ਇਸਤੇਮਾਲ ਨਹੀਂ ਕਰਦਾ। ਪਰ ਸਕੀਮ ਚੱਲਣੀ ਚਾਹੀਦੀ ਹੈ, ਭਲਾ ਹੋਣਾ ਚਾਹੀਦਾ ਸਟੂਡੈਂਟ ਦਾ। ਜਾਓ ਇਨਸੈਂਟਿਵ ਸ਼ਬਦ ਦਾ ਇਸਤੇਮਾਲ ਕਰਦਾ ਜੀ। ਇਨਸੈਂਟਿਵ ਜੇ ਕੋਈ ਆਪਣੇ ਵਾਪਸ ਕਰ ਰਿਹਾ, ਚਾਹੇ ਉਹ $1000 ਹੈ, ਚਾਹੇ ਉਹ 2000 ਹੈ, ਚਾਹੇ ਉਹ $4000 ਹੈ, ਕਿਸੇ ਦਾ ਭਲਾ ਹੋ ਰਿਹਾ ਜੇ ਹੁੰਦਾ ਤੇ ਇਹਨਾਂ ਨੂੰ ਕਰ ਲੈਂਦੇ ਹੋ। ਹੁਣ ਮੈਡਮ ਇਹ ਦੱਸੋ ਉਹੀ ਸਵਾਲ, ਕਿਉਂਕਿ ਮੇਰੇ ਦਰਸ਼ਕਾਂ ਨੇ ਸਵਾਲ ਕੀਤਾ ਸੀ ਜਦੋਂ ਪਿਛਲੀ ਵੀਡੀਓ ਪਾਈ ਸੀ ਕਿ ਆਖਰਕਾਰ ਮਸਲਾ ਕੀ ਹੈ, ਕਿਉਂ ਇਹ ਆਫਰ ਕਿਉਂ। ਜੇ ਮੈਡਮ ਹੁਣ ਤੁਸੀਂ ਜਵਾਬ ਦਿਓ ਕੈਮਰੇ ਸਾਹਮਣੇ ਮੇਰੇ ਦਰਸ਼ਕਾਂ ਦਾ ਕਿ ਆਫਰ ਕਿਉਂ, ਤੁਸੀਂ ਪੈਸੇ ਕਿੱਥੋਂ ਕਮਾਓ। ਦੇਖੋ ਪੈਸਿਆਂ ਦੀ ਜੇ ਅਸੀਂ ਕਮਾਉਣ ਦੀ ਗੱਲ ਕਰਦੇ ਹਾਂ ਕਿ ਪੈਸੇ ਅਸੀਂ ਕਿੱਥੋਂ ਅਰਨ ਕਰਾਂਗੇ, ਸੋ ਜਿਹੜੇ ਸਟੂਡੈਂਟਸ ਆ ਸਾਡੇ ਤੋਂ ਆ ਕੇ ਇਨਰੋਲਮੈਂਟਸ ਕਰਦੇ ਆ, ਠੀਕ ਹੈ, ਆਪਣੀ ਫਾਈਲਿੰਗ ਕਰਵਾਉਂਦੇ ਆ। ਸੋ ਕਿਤੇ ਨਾ ਕਿਤੇ ਜ਼ਰੂਰੀ ਨਹੀਂ ਹੈ ਕਿ ਪੈਸੇ ਕਮਾਉਣਾ ਹੀ ਜ਼ਰੀਆ ਆ। ਸੋ ਅਸੀਂ ਸਾਲ ਦੇ ਵਿੱਚ ਜੇਕਰ ਇੰਨੇ ਕੇਸਿਸ ਅਸੀਂ ਪਹਿਲਾਂ ਹੈਂਡਲ ਕੀਤੇ ਆ, ਵੀਜ਼ਾਸ ਗ੍ਰਾਂਟ ਕਰਾਏ ਨੇ, ਗਲੋਬਲ ਗੁਰੂ ਇਮੀਗ੍ਰੇਸ਼ਨ ਸ਼ੁਰੂ ਤੋਂ ਟ੍ਰਾਂਸਫਰ ਤਰੀਕੇ ਨਾਲ ਕੰਮ ਕਰ ਰਿਹਾ। ਸੋ ਜੇ ਅਸੀਂ ਐਂਡ ਦੇ ਉੱਤੇ ਆਫਰ ਕੱਟੀ ਹੈ, ਇੱਕ ਧਮਾਕੇਦਾਰ ਆਫਰ ਜਿਹੜੀ ਪੂਰੇ ਸਾਲ ਦੇ ਵਿੱਚ ਕਿਸੇ ਇਮੀਗ੍ਰੇਸ਼ਨ ਨੇ ਨਹੀਂ ਕੱਟੀ ਹੋਏਗੀ। ਗਲੋਬਲ ਗੁਰੂ ਇਮੀਗ੍ਰੇਸ਼ਨ ਨੇ ਦਾਅਵਾ ਕੀਤਾ ਹੈ ਕਿ ਜੇਕਰ ਸਾਲ ਦੇ ਐਂਡ ਤੇ ਅਸੀਂ ਇੱਕ ਬਿਗ ਆਫਰ ਕੱਢਦੇ ਨੇ, ਬੱਚਿਆਂ ਦਾ ਭਲਾ ਕਰ ਦਿੰਦੇ ਆ, ਤਾਂ ਪੈਸੇ ਤਾਂ ਸਾਰੀ ਉਮਰ ਹੀ ਕਮਾਣੇ ਆ ਅਸੀਂ। ਜੇ ਅਸੀਂ ਇਸ ਸਾਲ ਨਹੀਂ ਐਂਡ ਤੇ ਕਮਾਵਾਂਗੇ ਕੋਈ ਸਾਨੂੰ ਫਰਕ ਨਹੀਂ ਪੈਣ ਲੱਗਾ। ਜਾਂਦੇ ਜਾਂਦੇ ਸਾਲ ਦੇ ਅਖੀਰ ਦੇ ਵਿੱਚ ਅਸੀਂ ਸਟੂਡੈਂਟ ਦਾ ਭਲਾ ਹੀ ਕਰਕੇ ਜਾ ਰਹੇ। ਲੋ ਜੀ ਮੇਰੇ ਦਰਸ਼ਕੋ, ਮੈਂ ਤੁਹਾਨੂੰ ਇੱਕ ਗੱਲ ਪੁੱਛਾਂਗਾ। ਆਮ ਤੌਰ ਦੇ ਉੱਤੇ ਇਮੀਗ੍ਰੇਸ਼ਨ ਇੰਡਸਟਰੀ ਨਾਲ ਜੁੜੀਆਂ ਜਦੋਂ ਵੀਡੀਓ ਅਪਲੋਡ ਕਰਦਾ ਵਾਂ ਮੈਂ, ਤੇ ਥੱਲੇ ਕਮੈਂਟ ਆਉਂਦੇ ਜੀ ਇਹਨਾਂ ਨੂੰ ਆਉਂਦੀਆਂ ਮੋਟੀਆਂ ਕਮਿਸ਼ਨਾਂ। ਪਰ ਇਹਨਾਂ ਦੇ ਮਸਲੇ ਦੇ ਵਿੱਚ ਤਾਂ ਇਹ ਵੀ ਜਵਾਬ ਖਤਮ ਹੋ ਗਿਆ ਕਿ ਆਪਾਂ ਇਹ ਨਹੀਂ ਲਿਖ ਸਕਦੇ ਥੱਲੇ। ਕਮਿਸ਼ਨਾਂ ਦਾ ਕੰਮ ਹੀ ਖਤਮ ਕਰ ਦਿੱਤਾ ਨਾ, ਕਿਉਂਕਿ ਕਮਿਸ਼ਨਸ ਜਿਹੜੀ ਹੈ ਵਰਡ ਅਸੀਂ ਇਨਸੈਂਟਿਵ ਪੇ ਆਊਟ ਜਿਹੜੇ ਆ
ਜਿਹੜੇ ਸਾਨੂੰ ਐਕਸਕਲੂਸਿਵ ਜਿਹੜੇ ਟਾਈਪਸ ਹੋਏ ਨੇ ਸਾਡੇ ਕਾਲਜਸ ਨਾਲ, ਜੋ ਸਾਨੂੰ ਪੇ ਆਊਟਸ ਆਣਗੇ, ਜੋ ਇਨਸੈਂਟਿਵਸ ਆਣਗੇ, ਐਜ਼ ਇਟ ਇਜ਼ ਅਸੀਂ ਸਟੂਡੈਂਟਸ ਨੂੰ ਰਿਟਰਨ ਕਰ ਰਹੇ ਹਾਂ। ਬਟ 31 ਦਸੰਬਰ ਤੱਕ ਜਿਹੜਾ ਵੀ ਬੱਚਾ ਸਾਡੇ ਤੋਂ ਅਪਲਾਈ ਕਰਦਾ ਆ, ਜਿੰਨੇ ਇਨਸੈਂਟਿਵਸ ਜਿਹੜੇ ਆਣਗੇ ਸਾਨੂੰ, ਉਹ ਅਸੀਂ ਸਟੂਡੈਂਟ ਨੂੰ 100% ਉਹਦਾ ਕੈਸ਼ਬੈਕ ਰਿਟਰਨ ਕਰਾਂਗੇ। ਲੋ ਜੀ ਦਰਸ਼ਕਾਂ ਨੂੰ ਮੈਂ ਉਹੀ ਗੱਲ ਦੇ ਉੱਤੇ ਦੁਬਾਰਾ ਆਨਾ, ਆਪਾਂ ਥੱਲੇ ਕਮੈਂਟ ਕੀ ਕਰਦੇ ਆ ਜੀ, ਇਹਨਾਂ ਨੂੰ ਮੋਟੀਆਂ ਕਮਾਈਆਂ, ਟਰੈਵਲ ਵੀਜ਼ਾ ਐਕਸਪਰਟ ਵਾਲਿਆਂ ਨੂੰ ਮੋਟੀਆਂ ਕਮਾਈਆਂ ਵੈ ਕਿ ਇਹ ਕੀ ਕਰਦੇ ਨੇ, ਇਹਨਾਂ ਨੂੰ ਕਮਿਸ਼ਨ ਆਂਦੀ ਹੈ ਜੀ ਮੋਟੀ, ਇਹ ਤਾਂ ਕਰਕੇ ਆਫਰ ਦਿੰਦੇ। ਇਹਨਾਂ ਨੇ ਤਾਂ ਆਤੀ ਕਰਤੀ, ਹੱਦ ਹੀ ਮੁਕਾਤੀ। ਮੈਨੂੰ ਨਹੀਂ ਪਤਾ ਕੀ ਸੱਚ ਕੀ ਝੂਠ, ਲਿਖ ਕੇ ਦਿੰਦੇ ਯਕੀਨ ਕਰਦਾ, ਕਿਉਂਕਿ ਲਿਖ ਕੇ ਦਿੰਦੇ, ਚੈੱਕ ਵੀ ਕਰਨਾ ਹੈ ਲਿਖ ਕੇ ਦਿੰਦੇ ਕਿ ਨਹੀਂ ਦਿੰਦੇ। ਪਰ ਸਭ ਤੋਂ ਪਹਿਲਾਂ ਮੈਡਮ ਮੈਂ ਇੱਕ ਇਹ ਵੀ ਸਵਾਲ ਤੁਹਾਨੂੰ ਪੁੱਛਾਂਗਾ ਕਿ ਤੁਸੀਂ ਹੁਣ ਨਵਾਂ ਐਲਾਨ ਕੀਤਾ, ਇੱਕ ਵੱਡਾ ਐਲਾਨ ਪਹਿਲਾਂ ਹੋਇਆ ਸੀ ਕਿ ਕਮਿਸ਼ਨ, ਜਿਹਨੂੰ ਹੁਣ ਇਨਸੈਂਟਿਵ ਦਾ ਨਾਮ ਦਿੱਤਾ, ਇਨਸੈਂਟਿਵ ਵਾਪਸ, ਪਰ ਸਿਰਫ ਕੈਨੇਡਾ ਵਾਸਤੇ। ਹੁਣ ਇੱਕ ਨਵਾਂ ਐਲਾਨ, ਵੱਡਾ ਐਲਾਨ, ਕੈਨੇਡਾ ਦੇ ਨਾਲ ਜਿਵੇਂ ਕਿ ਮੈਡਮ ਨੇ ਦੱਸਿਆ ਹੈ, ਕੈਨੇਡਾ ਦੇ ਨਾਲ ਆਸਟ੍ਰੇਲੀਆ, ਯੂਕੇ, ਨਿਊਜ਼ੀਲੈਂਡ, ਜਿੱਥੇ ਦੇ ਵੀ ਵੀਜ਼ੇ ਜਿੱਦਾਂ ਖੁੱਲਦੇ ਰਹਿਣਗੇ, USA, ਇਹ ਉਹਦੀ ਜਿਹੜੀ ਫੀਸ ਵਾਪਸੀ ਦੇ ਵਿੱਚ ਕਮਿਸ਼ਨ ਕਮ ਇਨਸੈਂਟਿਵ। ਮੈਂ ਤਾਂ ਦੇਖੋ ਇਹ ਕਹਿੰਦੇ ਨੇ ਇਨਸੈਂਟਿਵ, ਮੈਂ ਕਹਿੰਦਾ ਨਾ ਕਮਿਸ਼ਨ ਕਮ ਇਨਸੈਂਟਿਵ ਜਿਹੜਾ ਵਾ ਵਾਪਸ ਆਏਗਾ। ਮੈਂ ਦੱਸੋ ਕਿ ਉਹਦੇ ਵਿੱਚ ਆਮ ਤੌਰ ਦੇ ਉੱਤੇ ਕਿਤੇ ਇਹ ਤਾਂ ਨਹੀਂ ਹੈਗਾ, ਕਿਉਂਕਿ ਆਪਾਂ ਆਸਟ੍ਰੇਲੀਆ ਦੇ ਪੈਕੇਜ ਦੇਖਦੇ ਪਏ, ਕਈ ਜਗ੍ਹਾ ਚੱਲਦੇ ਪਏ ਨੇ ਜੀ, ਉਹ ਤੁਸੀਂ ਦਾਖਲਾ ਦਵਾ ਦਿਓ ਪ੍ਰਾਈਵੇਟ ਕਾਲਜਾਂ 'ਚ। ਦੇਖੋ ਜੀ ਪ੍ਰਾਈਵੇਟ ਕਾਲਜ ਜਦੋਂ ਪਿਛਲੀ ਵਾਰ UK ਦੇ ਵੀਜ਼ੇ ਖੁੱਲੇ ਸੀ ਨਾ ਜੀ, ਅੱਜ ਤੋਂ ਕੁਝ ਸਾਲ ਪਹਿਲਾਂ ਪ੍ਰਾਈਵੇਟ ਕਾਲਜਾਂ ਦੇ ਵਿੱਚ ਦਾਖਲੇ ਦਵਾ ਕੇ ਉਹ ਹਨੇਰੀ ਲਿਆਂਦੀ, ਮੁੜ ਕੇ ਕਾਲਜ ਹੋ ਗਏ ਬੰਦ ਤੇ ਸਟੂਡੈਂਟ ਰੁਲ ਗਏ। ਮੈਡਮ ਇਹ ਚੱਕਰ ਨਾ ਹੋਵੇ ਕਿ ਆਪਾਂ ਜਾਂ ਸਾਡੇ ਦਰਸ਼ਕ ਕਿਸੇ ਲਾਲਚ ਵਿੱਚ ਫਸ ਜਾਣ, ਤੁਹਾਡੇ ਕੋਲ ਆ ਜਾਣ ਕਿ ਲੈ ਜੀ ਤੁਸੀਂ ਤਾਂ ਕਮਿਸ਼ਨ ਵਾਪਸ ਕਰ ਦੋਗੇ, ਇਨਸੈਂਟਿਵ ਮੋੜ ਦੋਗੇ, ਤੁਹਾਡੇ ਕੋਲ ਜਾਓ ਤੇ ਮੁੜ ਕੇ ਉਹਨਾਂ ਨੂੰ ਕਿਸੇ ਮਾੜੇ ਕਾਲਜ ਦੇ ਵਿੱਚ ਨਾ ਰੋਲ ਦਿਓ। ਸਰ ਇਦਾਂ ਦਾ ਕੁਝ ਨਹੀਂ ਹੋਏਗਾ ਨਿਖਿਲ ਜੀ। ਜੇ ਅੱਜ ਵੀ ਸਾਡੇ ਤੋਂ ਬੱਚਾ ਆਸਟ੍ਰੇਲੀਆ ਲਈ ਆਉਂਦਾ ਹੈ, ਸੋ ਆਸਟ੍ਰੇਲੀਆ ਦੇ ਵਿੱਚ ਨਾਰਮਲੀ ਕੀ ਹੋ ਰਿਹਾ ਕਿ ਜਿਹੜੇ ਪੈਕੇਜ 'ਚ ਬੱਚੇ ਫਸ ਰਹੇ ਨੇ, ਉਹ ਪ੍ਰਾਈਵੇਟ ਕਾਲਜਾਂ 'ਚ ਫਸ ਰਹੇ ਨੇ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਪਰ ਜੇਕਰ ਗਲੋਬਲ ਗੁਰੂ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਤਾਂ ਗਲੋਬਲ ਗੁਰੂ ਇਮੀਗ੍ਰੇਸ਼ਨ ਦਾ ਦਾਅਵਾ ਰਹਿੰਦਾ ਹੈ ਕਿ 5.5 ਬੈਂਡ ਦੇ ਉੱਤੇ, ਤੁਸੀਂ ਗੱਲ ਕਰਦੇ ਹੋ ਕਿ 5.5 ਬੈਂਡ ਦੇ ਉੱਤੇ ਵੀ ਜੇਕਰ ਅਸੀਂ ਗਲੋਬਲ ਗੁਰੂ ਐਡਮਿਸ਼ਨ ਕਰਵਾਏਗਾ, ਤੁਹਾਡੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਕਰਵਾਏਗਾ, ਕਿਸੇ ਪ੍ਰਾਈਵੇਟ ਕਾਲਜ 'ਚ ਅਸੀਂ ਐਡਮਿਸ਼ਨ ਨਹੀਂ ਕਰਵਾ ਰਹੇ ਆ। ਯੂਨੀਵਰਸਿਟੀਆਂ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਹੁੰਦੀਆਂ ਆ, ਪ੍ਰਾਈਵੇਟ ਕਾਲਜ ਨਹੀਂ ਹੁੰਦੇ। ਜਿਹੜਾ ਦਾਅਵਾ ਅਸੀਂ ਟੀਵੀ ਚੈਨਲ ਤੇ ਕਰ ਰਹੇ ਆ, ਉਸੇ ਗੱਲ ਤੇ ਹੀ ਅਸੀਂ ਖਰੇ ਉਤਰਾਂਗੇ। ਜੇਕਰ 5.5 ਬੈਂਡ ਨੇ ਓਵਰਆਲ, ਜਾਓ ਜੇਕਰ ਤੁਹਾਡੇ 60% ਨੰਬਰ ਨੇ, 52% ਨੰਬਰ ਨੇ, ਤਾਂ ਵੀ ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਤੁਹਾਡਾ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰੇਗਾ। ਔਰ ਚੈਲੰਜ ਦੇ ਨਾਲ ਕਹਿ ਰਹੇ ਆ ਕਿ ਜਿਹੜੇ ਇਨਸੈਂਟਿਵ, ਜਿਹੜੇ ਪੇ ਆਊਟ ਸਾਨੂੰ ਆਸਟ੍ਰੇਲੀਆ ਦੇ ਵਿੱਚ, UK ਦੇ ਵਿੱਚ, US ਦੇ ਵਿੱਚ ਵੀ ਵਾਪਸ ਆਉਣਗੇ, ਐਜ਼ ਇਟ ਇਜ਼ ਬੱਚੇ ਨੂੰ ਅਸੀਂ ਆਫਰ ਕਰਦੇ ਆ। 31 ਦਸੰਬਰ ਇੱਕ ਲਾਸਟ ਮੌਕਾ ਆ, ਮੇਲਾ ਸਾਰੀ ਜਿਹੜੀ ਉਮਰ ਅਸੀਂ ਨਹੀਂ ਲਗਾਏ ਰੱਖਾਂਗੇ, ਬਟ ਇੱਕ ਤੁਹਾਨੂੰ ਟਾਈਮ ਦਿੱਤਾ ਆ ਕਿ ਐਂਡ ਦਾ ਸਾਲ ਦਾ ਜਿਹੜਾ ਆ ਅਖੀਰਲਾ ਮਹੀਨਾ ਆ, ਅਖੀਰਲੇ ਮਹੀਨੇ ਦੇ ਵਿੱਚ ਤੁਸੀਂ ਜਿਹੜਾ ਆਪਣਾ ਇਹ ਲੈ ਸਕਦੇ ਹੋ ਫਾਇਦਾ। ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਆਸਟ੍ਰੇਲੀਆ 5.5 ਬੈਂਡ ਦੇ ਉੱਤੇ, 52% ਨੰਬਰ ਨੇ, 12ਵੀਂ ਪਾਸ ਆਊਟ ਹੋ, ਤੁਸੀਂ ਅੱਜ ਵੀ ਆਸਟ੍ਰੇਲੀਆ ਦਾ ਅਪਲਾਈ ਕਰ ਸਕਦੇ ਹੋ। ਸ਼ਰਤ ਇੱਕ ਹੈ 2019 2020 ਪਾਸ ਆਊਟ ਹੋਣੇ ਚਾਹੀਦੇ ਹੋ, ਓਵਰਆਲ 5.5 ਬੈਂਡ ਹੋਣੇ ਚਾਹੀਦੇ ਆ। ਔਰ ਤੁਸੀਂ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਮੈਂ ਦਾਅਵਾ ਕਰਦੀ ਹਾਂ ਕਿ ਤੁਹਾਡੀ ਜਿਹੜੀ ਹੈ ਸਰਕਾਰੀ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਕਰਵਾਓ। ਲੋ ਜੀ ਲੁੱਟ ਲੋ ਮੇਲਾ, ਜਿਵੇਂ ਕਿ ਮੈਡਮ ਨੇ ਕਿਹਾ ਵਾ ਕਿ ਮੇਲਾ ਬਾਰ-ਬਾਰ ਨਹੀਂ ਲੱਗਦਾ, ਤੇ ਵਾਕਈ ਜੇ ਇਹ ਮੇਲਾ ਬਾਰ-ਬਾਰ ਨਹੀਂ ਆਣਾ, ਜਿਵੇਂ ਕਿ ਮੈਡਮ ਦਾ ਕਹਿਣਾ, ਕਿਉਂਕਿ ਆਪਾਂ ਵੀ ਇਸ ਤੋਂ ਪਹਿਲਾਂ ਇਹੋ ਜਿਹੀ ਕੋਈ ਸਕੀਮ ਨਹੀਂ ਸੁਣੀ ਸੀ ਕਿ ਕੋਈ ਬੰਦਾ ਆਪਣਾ ਸਾਰੀ ਇਨਸੈਂਟਿਵ ਛੱਡ ਦੇਵੇ, ਸਾਰੀ ਕਮਿਸ਼ਨ ਛੱਡ ਦੇਵੇ, ਕਿਉਂਕਿ ਸਭ ਨੂੰ ਪਤਾ ਹੈ ਦਰਸ਼ਕ ਵੀ ਬੜੇ ਸਮਾਰਟ ਨੇ, ਜਿੰਨੇ ਬਾਹਰ ਜਾਣਾ ਉਹ ਬੜਾ ਸਮਾਰਟ ਆ, ਉਹ ਐਵੇਂ ਨਹੀਂ ਉਹ ਆਇਲੈਟ ਦੇ ਵਿੱਚ ਬੈਂਡ ਲੈਂਦਾ, ਜੇ ਉਹ ਡਿਜ਼ਰਵ ਕਰਦਾ ਵਾ। ਬੈਂਡ ਦੀ ਗੱਲ ਕਰਦੇ ਹੋ, ਇਹਦੇ ਨਾਲ ਮੈਂ ਇੱਕ ਹੋਰ ਗੁੱਡ ਨਿਊਜ਼ ਦਿੰਨੀ ਆ ਉਹਨਾਂ ਸਟੂਡੈਂਟਸ ਨੂੰ ਕਿ ਜੇਕਰ ਅੱਜ ਚੈਲੰਜ ਕਰਦੇ ਆ ਮਾਰਕੀਟ ਦੇ ਵਿੱਚ, ਲੋਕੀ ਸੋਚ ਰਹੇ ਨੇ ਕਿ ਸ਼ਾਇਦ UK ਬਿਨਾਂ ਆਇਲਸ ਦੇ ਜਾਇਆ ਜਾ ਸਕਦਾ ਹੈ। ਸੋ ਜੇਕਰ ਤੁਸੀਂ ਗ੍ਰੈਜੂਏਟ ਹੋ, ਇੱਕ ਹੀ ਸ਼ਰਤ ਹੈ, ਤੁਹਾਡੀ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ, ਪੜ੍ਹਾਈ 'ਚ 2-3 ਸਾਲ ਦਾ ਗੈਪ ਹੈ। ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਤਾਂ ਵੀ ਤੁਹਾਡਾ ਐਡਮਿਸ਼ਨ ਕਰਵਾਏਗਾ, ਤੁਹਾਨੂੰ ਵੀਜ਼ਾ ਲੈ ਕੇ ਦੇਗਾ ਜੇਕਰ ਤੁਹਾਡੀ ਪ੍ਰੋਫਾਈਲ ਪ੍ਰੋਪਰਲੀ ਕੰਪਲੀਟ ਹੈ, ਤੁਹਾਡੇ 60% ਨੰਬਰ ਨੇ ਗ੍ਰੈਜੂਏਸ਼ਨ ਦੇ ਵਿੱਚੋਂ, ਤੁਸੀਂ ਬਿਨਾਂ ਆਇਲਸ ਦੇ ਆਸਟ੍ਰੇਲੀਆ ਪੜ੍ਹਨ ਜਾ ਸਕਦੇ ਹੋ। ਆਸਟ੍ਰੇਲੀਆ ਪੜ੍ਹ ਕੇ ਆਪਣਾ ਭਵਿੱਖ ਜਿਹੜਾ ਹੈ ਸਵਾਰ ਸਕਦੇ ਹੋਗੇ, ਬਿਨਾਂ ਆਇਲਸ ਦੇ ਉੱਤੇ ਗੱਲ ਕਰ ਰਹੇ ਹਾਂ। ਮੈਡਮ ਇੱਕ ਵਾਰੀ ਫੇਰ ਸੋਚ ਲਓ, ਵਿਦਆਊਟ ਆਇਲਸ। ਬਿਲਕੁਲ ਜੀ ਬਿਲਕੁਲ, ਵਿਦਆਊਟ ਆਇਲਸ ਦੀ ਗੱਲ ਕਰ ਰਹੀ ਹਾਂ, ਬਿਨਾਂ ਆਇਲਸ ਦੇ ਉੱਤੇ ਤੁਸੀਂ ਆਪਣਾ ਜਿਹੜਾ ਭਵਿੱਖ ਸਵਾਰ ਸਕਦੇ ਹੋ। ਲੋ ਜੀ ਨੋਟ ਕਰ ਲਓ ਮੈਡਮ ਦੀ ਗੱਲ, ਜੇਕਰ ਆਇਲਸ ਨਹੀਂ ਕੀਤੀ ਤੇ ਚਿੰਤਾ ਨਹੀਂ ਕਰਨੀ, ਜੋ ਇਹਨਾਂ ਦਾ ਦਾਵਾ ਹੈ। ਪਰ ਇਹ ਕਹਿੰਦੇ ਨੇ ਕਿ ਇਹ ਉੱਥੇ ਦਾਖਲਾ ਦਿਵਾਉਣਗੇ, ਕਿਉਂਕਿ ਦੇਖੋ ਇਹਨਾਂ ਦਾ ਕੰਮ ਹੈ ਦਾਖਲਾ ਦਿਵਾਉਣਾ, ਵੀਜ਼ਾ ਦੇਣਾ ਜਾਂ ਨਾ ਦੇਣਾ ਉਹ ਐਮਬੈਸੀ ਦਾ ਕੰਮ ਹੁੰਦਾ। ਪਰ ਜੇ ਯੂਨੀਵਰਸਿਟੀ ਤੁਹਾਨੂੰ ਦਾਖਲਾ ਦੇ ਦਿੰਦੀ ਹੈ, ਸੋ ਇਹਦਾ ਮਤਲਬ ਹੈ ਕਿ ਤੁਹਾਡੀ ਐਲੀਜੀਬਿਲਟੀ ਬਣਦੀ ਹੈ। ਤੇ ਇੱਥੇ ਜਦੋਂ ਵੀ ਆਣਾ ਇਹਨਾਂ ਨੂੰ ਕਹਿਣਾ ਜੀ ਪਹਿਲੇ ਲੈਣੀ ਆਫਰ ਲੈਟਰ, ਫੇਰ ਕਰਨੀਆਂ ਬਾਕੀ ਗੱਲਾਂ, ਕਿ ਯੂਨੀਵਰਸਿਟੀ ਦਾਖਲਾ ਦਿੰਦੀ ਕਿ ਨਹੀਂ ਦਿੰਦੀ। ਇਹਨਾਂ ਦੀ ਗੱਲਾਂ ਦੇ ਕੜਾਹ ਦੇ ਉੱਤੇ ਆਪਾਂ ਨਹੀਂ ਜਾਣਾ, ਕਿਉਂਕਿ ਕਈ ਹੋਈ ਗੱਲ ਤੇ ਯਕੀਨ ਨਹੀਂ ਕਰਨਾ। ਜੇ ਯੂਨੀਵਰਸਿਟੀ ਤੁਹਾਨੂੰ ਐਡਮਿਸ਼ਨ ਦਿੰਦੀ ਹੈ ਤਾਂ ਸੋ ਇਸ ਦਾ ਮਤਲਬ ਹੈ ਕਿ ਤੁਸੀਂ ਡਿਜ਼ਰਵ ਕਰਦੇ ਹੋ। ਔਰ ਇੱਕ ਗੱਲ ਹੋਰ ਕਿ ਕਿਤੇ
ਕਾਗਜ਼ੀ ਧੋਖਾ ਨਹੀਂ ਖਾਣਾ। ਕਾਗਜ਼ ਦੇ ਉੱਤੇ ਐ ਨਾ ਹੋਵੇ ਕਿ ਸਾਈਡ ਦੇ ਉੱਤੇ ਲਿਖਿਆ ਹੋਵੇ ਕੋਈ ਸਕੂਲ ਜਾਂ ਕਿਸੇ ਕਾਲਜ ਪ੍ਰਾਈਵੇਟ ਤੁਹਾਨੂੰ ਦਾਖਲਾ ਦਵਾ ਦੇਣ। ਮੈਡਮ ਮੈਂ ਦੱਸੋ ਜੀ ਕੀ ਅਥੈਂਟਿਸਿਟੀ ਹੈ? ਦੇਖੋ ਹਰ ਤਰੀਕੇ ਦਾ ਤੁਸੀਂ ਦੇਖੋ ਅਸੀਂ ਟਰਾਂਸਪੇਰੈਂਟ ਤਰੀਕੇ ਨਾਲ ਕੰਮ ਕਰ ਰਹੇ ਹਾਂ। ਕੋਈ ਇਦਾਂ ਦਾ ਨਹੀਂ ਹੈ ਕਿ ਬੱਚੇ ਨਾਲ ਕਿਸੇ ਚੀਜ਼ ਦਾ ਲੂਪਹੋਲ ਨਹੀਂ ਹੈ। ਔਰ ਜੇਕਰ ਅਸੀਂ ਸਰਕਾਰੀ ਯੂਨੀਵਰਸਿਟੀ ਦੀ ਗੱਲ ਕਰ ਰਹੇ ਹਾਂ ਤਾਂ ਜ਼ਰੂਰ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਹੀ ਅਸੀਂ ਐਡਮਿਸ਼ਨ ਦਿਵਾਵਾਂਗੇ। ਔਰ ਦੂਸਰੀ ਗੱਲ ਕਿ ਅੱਜ ਕੱਲ੍ਹ ਲੋਕੀ ਆਸਟ੍ਰੇਲੀਆ ਦੇ ਚੱਕਰ ਦੇ ਵਿੱਚ ਪੈਕੇਜਾਂ 'ਚ ਬਹੁਤ ਫਸ ਰਹੇ ਨੇ। ਸੋ ਭਵਿੱਖ ਆਪਣਾ ਸਵਾਰੋ, ਤੁਸੀਂ ਆਪ ਅਵੇਅਰ ਹੋ, ਤੁਹਾਨੂੰ ਪਤਾ ਹੈ ਤੁਹਾਡਾ ਖਰਚਾ ਕਿੰਨਾ, ਫਿਰ ਵੀ ਤੁਸੀਂ 20-25 ਲੱਖ ਦੇ ਮੈਡਮ ਪੈਕੇਜਾਂ, ਬਿਲਕੁਲ ਪੈਕੇਜਾਂ ਦੀ ਗੱਲ ਕਰਾਂਗੇ ਜੀ। ਅੱਜ ਦੀ ਡੇਟ ਦੇ ਉੱਤੇ ਤੁਸੀਂ ਸੋਸ਼ਲ ਮੀਡੀਆ ਤੇ ਚੱਲ ਜਾਓ, ਅਖਬਾਰਾਂ ਤੇ ਚੱਲ ਜਾਓ, ਚੈਨਲਾਂ ਤੇ ਚੱਲ ਜਾਓ, ਟੀਵੀ ਤੇ ਚੱਲ ਜਾਓ, ਇੱਕ ਐਡ ਆਉਂਦੀ ਹੈ ਜੀ ਆਸਟ੍ਰੇਲੀਆ ਪੈਕੇਜ, ਸਾਰੇ ਪੈਸੇ ਵੀਜ਼ੇ ਤੋਂ ਬਾਅਦ। ਮੈਡਮ ਉਹਦਾ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਦੀ ਜਿਹੜਾ ਝੋਲ ਹੈ ਉਹ ਮੇਰੇ ਦਰਸ਼ਕਾਂ ਨੂੰ ਦੱਸੋ ਜੀ। ਦੇਖੋ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਦਾ ਚੌਲ ਕੀ ਹੈ, ਕਿਉਂਕਿ ਕਿਤੇ ਨਾ ਕਿਤੇ ਉਹ ਪ੍ਰਾਈਵੇਟ ਕਾਲਜਿਸ 'ਚ ਐਡਮਿਸ਼ਨ ਕਰਵਾਉਂਦੇ ਜਿੱਥੇ ਐਂਡ ਆਫ ਦਾ ਡੇ ਵੀਜ਼ਾ ਨਹੀਂ ਆਣਾ, ਸੀਓਈ ਮਿਲਣਾ ਤੁਹਾਡਾ ਵੀਜ਼ਾ ਨਹੀਂ ਹੈ। ਇਸ ਗੱਲ ਤੋਂ ਅਵੇਅਰ ਹੋ ਕਿ ਸੀਓਈ ਤੁਹਾਡਾ ਵੀਜ਼ਾ ਨਹੀਂ ਹੈ। ਵੀਜ਼ਾ ਉਦੋਂ ਮਿਲਣਾ ਜਦੋਂ ਤੁਹਾਡੀ ਫਾਈਲ ਐਮਬੈਸੀ ਤੱਕ ਪਹੁੰਚੇਗੀ, ਜਦੋਂ ਤੁਹਾਨੂੰ ਕੇਸ ਆਫਿਸਰ ਵੀਜ਼ਾ ਦੇਗਾ, ਉਹਨੂੰ ਅਸੀਂ ਵੀਜ਼ਾ ਮੰਨਦੇ ਆ। ਸੋ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਬਿਨਾਂ ਆਇਲਸ ਦੇ ਉੱਤੇ ਪੜ੍ਹਨਾ ਚਾਹੁੰਦੇ ਹੋ, ਤੁਹਾਡੇ 60% ਨੰਬਰ ਨੇ, ਵਿਦਆਊਟ ਆਇਲਸ ਤੁਹਾਡੇ ਤੋਂ ਆਪਸ਼ਨ ਹੈਗਾ ਆ 31 ਦਸੰਬਰ ਤੱਕ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਕਿਸੇ ਤਰ੍ਹਾਂ ਦੇ ਕੋਈ ਪੈਕੇਜ ਫਸਣ ਦੀ ਲੋੜ ਨਹੀਂ ਹੈ। ਆਪਣੀਆਂ ਫੀਸਾਂ ਆਪ ਪੇ ਕਰੋ। ਬੱਚਾ ਵੇਅਰ ਅੱਜ ਕੱਲ੍ਹ ਬੱਚੇ ਸਾਰੇ ਨਿਕਲ ਜੇ ਪੜ੍ਹੇ ਲਿਖੇ ਸਟੂਡੈਂਟਸ ਨੇ, ਸੋ ਉਹਨਾਂ ਨੂੰ ਪਤਾ ਹੈ ਆਫਰ ਲੈਟਰ ਦੇ ਉੱਤੇ ਜੋ ਫੀਸ ਲਿਖਿਆ ਉਹਨਾਂ ਨੂੰ ਪੇ ਕਰੋ। ਔਰ ਹਾਂ, ਬੰਦੇ ਜੋ ਵੀ ਪੇ ਆਊਟ ਇਨਸੈਂਟਿਵ ਹੈ ਉਹ ਤੁਸੀਂ ਗਲੋਬਲ ਗੁਰੂ ਕੋ ਐਜ਼ ਅ ਪ੍ਰੋਮਿਸ ਲੈ ਸਕਦੇ ਹੋ। ਬਿਲਕੁਲ ਲੋ ਜੀ, ਇਸ ਤੋਂ ਪਹਿਲਾਂ ਜਦੋਂ ਗੱਲ ਹੁੰਦੀ ਸੀ ਨਾ ਵਿਦਆਊਟ ਆਇਲਟਸ ਦੀ, ਸਭ ਤੋਂ ਪਹਿਲਾਂ ਨਾਮ ਲੈਂਦੇ ਜੀ ਯੂਕੇ। ਇਹ ਮੈਡਮ ਮੈਨੂੰ ਪਹਿਲੇ ਮੈਡਮ ਮਿਲੇ ਨੇ ਜੀ ਪਿਛਲੇ ਕੁਝ ਮਹੀਨਿਆਂ ਤੋਂ। ਇਸ ਸਾਲ ਦੀ 2020 ਦੀ ਗੱਲ ਕਰਾਂ, ਜਿੰਨੇ ਇਹ ਕਿਹਾ ਹੋਵੇ ਵਿਦਆਊਟ ਆਇਲਟ ਆਸਟ੍ਰੇਲੀਆ। ਮੈਡਮ ਇਸ ਗੱਲ ਦਾ ਬੇਸ ਕੀ ਹੈ? ਬੇਸਲੈਸ ਗੱਲ ਨਹੀਂ ਹੋਣੀ ਚਾਹੀਦੀ, ਕੈਮਰਾ ਹੋਣਾ ਜੀ, ਕੈਮਰਾ। ਦੇਖੋ ਅਗਰ ਵਿਦਆਊਟ ਆਇਆ ਸਟੂਡੈਂਟ ਅਗਰ ਆਪਣਾ ਕੇਸ ਅਪਲਾਈ ਕਰਦਾ ਹੈ, ਸੋ ਕਿਤੇ ਨਾ ਕਿਤੇ ਸਟੂਡੈਂਟ ਨੂੰ ਬੈਨੀਫਿਟ ਹੈ, ਕਿਉਂਕਿ ਅੱਜ ਦੀ ਡਿਊਰੇਸ਼ਨ ਦੇ ਵਿੱਚ ਗ੍ਰੈਜੂਏਸ਼ਨ ਵਾਲੇ ਬੱਚਿਆਂ ਦਾ ਕਿਤੇ ਨਾ ਕਿਤੇ ਸਟੱਡੀ ਤੋਂ ਲਿੰਕ ਟੁੱਟ ਚੁੱਕਿਆ ਹੈ। ਸੋ ਕਿਤੇ ਨਾ ਕਿਤੇ ਆਇਲਸ ਕਰਨ ਦਾ ਉਹਨਾਂ ਕੋਲ ਟਾਈਮ ਨਹੀਂ ਹੈ। ਹਰ ਬੰਦਾ ਵਰਕਿੰਗ ਹੈ ਆਪਣੀ ਆਪਣੀ ਪ੍ਰੋਫਾਈਲ ਦੇ ਵਿੱਚ, ਜਾਂ ਕਿਤੇ ਨਾ ਕਿਤੇ ਉਹਨਾਂ ਕੋਲ ਇੰਨਾ ਟਾਈਮ ਹੀ ਨਹੀਂ ਹੈ, ਕੋਵਿਡ ਕਰਕੇ ਕੋਈ ਆਇਲਸ ਹੀ ਨਹੀਂ ਕਰ ਪਾ ਰਿਹਾ। ਸੋ ਅਸੀਂ ਉਹਨਾਂ ਲਈ ਇਨੀਸ਼ੀਏਟਿਵ ਲਿੱਤਾ, ਉਹਨਾਂ ਸਟੂਡੈਂਟ ਲਈ, ਕਿ ਜੇਕਰ ਬਿਨਾਂ ਆਇਲਸ ਦੇ ਉੱਤੇ ਵੀ ਤੁਸੀਂ ਆਪਣਾ ਕੇਸ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਵੀ ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਤੁਹਾਡਾ ਵੈਲਕਮ ਕਰਦਾ ਹੈ। ਵਿਦਆਊਟ ਆਇਲਸ ਤੁਸੀਂ ਆਪਣਾ ਕੇਸ ਅਪਲਾਈ ਕਰ ਲਓ। ਤੁਸੀਂ ਜੌਬ ਕਰ ਰਹੇ ਹੋ, 2-3 ਸਾਲ ਦਾ ਗੈਪ ਪੈ ਗਿਆ, ਉਹਦਾ ਐਕਸਪੀਰੀਅੰਸ ਨਾਲ ਨੂੰ ਕੈਚ ਕਰਕੇ ਫਿਰ ਵੀ ਤੁਸੀਂ ਆਪਣਾ ਕੇਸ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹੋ। ਚਲੋ ਗੱਲਾਂ ਤਾਂ ਬਹੁਤ ਹੋ ਗਈਆਂ ਜੀ, ਹੁਣ ਇੱਕ ਗੱਲ ਹੋਰ ਵੈਰੀਫਾਈ ਕਰ ਲਈਏ, ਕਿਉਂਕਿ ਗੱਲਾਂ ਦਾ ਕੜਾਹ ਹੀ ਨਾ ਮੈਡਮ ਬਣਾਈ ਜਾਂਦੇ। ਹੁਣ ਪਿਛਲੀ ਵਾਰ ਵੀ ਇਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਸੀ, ਮੇਰੇ ਫੋਨ ਤੇ ਵੀ ਫੋਨ ਵੱਜਣ ਲੱਗ ਪਿਆ ਕਿ ਇਹ ਪੋਸੀਬਲ ਨਹੀਂ ਹੈਗਾ, ਪਰ ਇਹਦਾ ਰਿਐਲਿਟੀ ਚੈੱਕ ਵੀ ਕਰਨਾ ਵਾ। ਮੈਡਮ ਇੱਕ ਗੱਲ ਦੱਸੋ, ਕਿੰਨੇ ਕੁ ਕੇਸ ਤੁਹਾਨੂੰ ਪਿਛਲੀ ਵਾਰੀ ਆਏ ਆ? ਇਮਾਨਦਾਰੀ ਨਾਲ ਜਵਾਬ ਦਿਓ, ਹਵਾਈ ਗੱਲ ਨਾ ਕਰਿਓ। ਦੇਖੋ ਕਾਫੀ ਜ਼ਿਆਦਾ ਜਿਹੜੇ ਅਸੀਂ ਹਰ ਵਾਰ ਦੀ ਅਸੀਂ ਕੋਸ਼ਿਸ਼ ਕਰਦੇ ਹੈਗੇ ਆ ਕਿ ਬੱਚੇ ਨੂੰ ਅਸੀਂ ਟ੍ਰਾਂਸਪੇਰੈਂਟ ਤਰੀਕੇ ਨਾਲ ਇਨਫੋਰਮੇਸ਼ਨ ਦਈਏ। ਤੁਸੀਂ ਗੱਲ ਕਰ ਰਹੇ ਹੋ ਕਿ ਕਾਫੀ ਕੇਸਿਸ ਦੇ, ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਹੁਣੇ ਹੀ ਚੈੱਕ ਕਰਵਾ ਦਿੰਦੀ ਆ ਕਿ ਕਿਹੜੇ ਲੋ ਜੀ ਆਓ ਜੀ ਕਰੀਏ ਜੀ ਰਿਐਲਿਟੀ ਚੈੱਕ ਕਰੀਏ ਜੀ। ਕੁਛ ਆਇਆ ਵੀ ਹੈ ਕਿ ਹਵਾਈ ਗੱਲਾਂ ਕਰੀ ਜਾਂਦੇ ਆ? ਲੋ ਜੀ ਦਿਖਾਓ ਜੀ। ਆ ਲੋ ਜੀ ਕੈਨੇਡਾ ਜੀ, ਲੱਗ ਗਿਆ ਫਾਈਲਾਂ, ਵਾਕਈ ਮੇਲੇ ਵਾਲਾ ਕੰਮ ਹੈ ਜੀ ਇਹ ਤਾਂ। ਆ ਦੇਖੋ ਜੀ, ਇਹ ਮੈਡਮ ਅੱਜ ਦੀ ਗੱਲ ਹੈ, ਇਹ ਅੱਜ ਦੀਆਂ ਫਾਈਲਾਂ ਹੈ ਜੀ। ਇੱਕ ਦਿਨ ਦੀਆਂ ਫਾਈਲਾਂ ਦੇਖੋ ਜੀ, 1 2 3 4 5 6 7 8, ਚਲੋ ਗਿਣਤੀ 'ਚ ਬਹੁਤੀ 'ਚ ਨਹੀਂ ਜਾਣਾ, ਪਰ ਇਹ ਦੇਖੋ ਢੇਰ ਲੱਗਾ ਪਿਆ ਫਾਈਲਾਂ ਦਾ। ਚਲੋ ਫਾਈਲਾਂ ਦਾ ਦੇਖ ਲਈਏ। ਇੱਕ ਇਹਨਾਂ ਨੇ ਦਾਵਾ ਕੀਤਾ ਸੀ ਜੀ, ਰਿਐਲਿਟੀ ਚੈੱਕ ਕਰ ਰਹੇ ਆ ਮੈਡਮ ਜੀ, ਕੈਮਰਾ ਔਨ ਹੈ। ਇੱਕ ਤੁਸੀਂ ਦਾਵਾ ਕੀਤਾ ਸੀ ਕਿ ਲਿਖ ਕੇ ਦਿੰਨੇ ਆ ਲੋਕਾਂ ਨੂੰ, ਦਿਖਾਓ ਜੀ ਕਿਹਨੂੰ ਲਿਖ ਕੇ ਦਿੱਤਾ। ਦੇਖੋ ਜੇ ਅਗਰ ਅਸੀਂ ਗੱਲ ਕੀਤੀ ਜਾਏ ਤਾਂ ਸਟੂਡੈਂਟਸ ਨੂੰ ਅਸੀਂ ਰਿਟਨ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਇਹ ਲਿਖ ਕੇ ਦਿੱਤੀਆਂ ਹੋਈਆਂ ਕਿ ਐਜ਼ ਅ ਐਗਰੀਮੈਂਟ ਅਸੀਂ ਬੱਚਿਆਂ ਨਾਲ ਕੀਤਾ ਸੀ ਕਿ ਅਸੀਂ ਤੁਹਾਨੂੰ ਰਿਟਨ 'ਚ ਲਿਖ ਕੇ ਦੇਵਾਂਗੇ। ਲੋ ਜੀ, ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ, ਨਾਮ ਕਿਸੇ ਦਾ ਨਾਮ ਹੈ ਦੂਰੋਂ ਦਿਖਾਓ ਜੀ, ਦੂਰੋਂ ਦਿਖਾਓ, ਕਿਉਂਕਿ ਪ੍ਰਾਈਵੇਸੀ ਹਰ ਬੰਦੇ ਦੀ ਵੱਖਰੀ ਹੈ। ਡਾਕੂਮੈਂਟ ਕੱਢ ਕੇ ਨਹੀਂ ਦਿਖਾਵਾਂਗਾ। ਆ ਲੋ ਜੀ, ਆ ਲਿਖ ਕੇ ਕੀਤੇ ਹੋਏ ਐਗਰੀਮੈਂਟ ਹੈ ਜੀ। ਲੋ ਜੀ ਚਲੋ ਚੰਗੀ ਗੱਲ ਹੈ। ਕਿਤੇ ਨਾ ਕਿਤੇ ਮੈਂ ਪਹਿਲੇ ਵੀ ਕਿਹਾ ਸੀ, ਅੱਜ ਵੀ ਕਹਿਣਾ, ਕੱਲ ਵੀ ਕਵਾਂਗਾ, ਮੇਰਾ ਕੰਮ ਹੈ ਇਹਨਾਂ ਦਾ ਮੈਸੇਜ ਤੁਹਾਡੇ ਤੱਕ ਪਹੁੰਚਾਉਣਾ। ਬਟ ਇਹਨਾਂ ਦੀ ਗੱਲ 'ਚ ਕਿੰਨੀ ਸੱਚਾਈ ਹੈ ਇਹ ਤਾਂ ਰੱਬ ਤੇ ਵੀ ਯਕੀਨ ਕਰਨਾ ਅੱਜ ਕੱਲ੍ਹ ਔਖਾ ਹੁੰਦਾ। ਪਰ ਇਸ ਕਰਕੇ ਮੈਂ ਬਾਰ-ਬਾਰ ਕਹਿਣਾ, ਕੋਈ ਲਿਖ ਕੇ ਦਵੇ ਤੇ ਲਿਖ ਕੇ ਲਵੋ, ਫੇਰ ਕਰਵਾਓ ਆਪਣਾ ਕੰਮ। ਸੋ ਇੱਕ ਗੱਲ ਦਾ ਮੇਰਾ ਸਵਾਲ ਇੱਕ ਦਿਮਾਗ 'ਚ ਆਇਆ ਜੀ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ, ਕਿ ਇੰਨੇ ਤੁਸੀਂ ਜਿਹੜੇ ਕੇਸ ਹੁਣ ਕਰ ਲਏ ਨੇ, ਮੈਨੂੰ ਇਹ ਦੱਸੋ, ਹੁਣ ਤੁਸੀਂ ਐਲਾਨ ਕਰਤਾ ਹੈ ਸਾਰੇ ਕੈਨੇਡਾ ਦੇ ਕੇਸ ਹੈ ਜੀ, ਇਸ ਤੋਂ ਬਾਅਦ 'ਚ ਜਿਹੜਾ ਅੱਜ ਦਾ ਵੱਡਾ ਐਲਾਨ, ਇੱਕ ਵਾਰੀ ਮੈਡਮ ਦੁਬਾਰਾ ਦੱਸੋ ਜੀ ਕੈਮਰੇ ਦੇ ਸਾਹਮਣੇ, ਅੱਜ ਦਾ ਵੱਡਾ ਐਲਾਨ ਕੀ ਹੈ? ਕੈਨੇਡਾ ਤੋਂ ਇਲਾਵਾ ਕਿਹੜੀ ਕੰਟਰੀ ਦੇ ਵਿੱਚ ਤੁਹਾਡੀ ਸ਼ਬਦਾਂ ਦੇ ਉੱਤੇ ਫੁੱਲ ਚੜਾਣਾ ਜੀ, ਇਨਸੈਂਟਿਵ ਵਾਪਸ ਮਿਲਣਗੇ? ਕਮਿਸ਼ਨ ਨਹੀਂ ਕਹਿੰਦਾ, ਇਨਸੈਂਟਿਵ ਕਦੇ ਵਾਪਸ ਕਰੋ। ਬਿਲਕੁਲ, ਜੇਕਰ ਅੱਜ ਤੋਂ ਬਾਅਦ ਤੁਸੀਂ ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਦੀ ਗੱਲ ਕਰਾਂ, ਜੋ ਕਿ ਅਸੀਂ 10 ਦਸੰਬਰ ਤੱਕ
ਚੈਲੰਜ ਕੀਤਾ ਸੀ ਕਿ ਅਸੀਂ ਬੱਚਿਆਂ ਨੂੰ ਪੇ ਆਊਟਸ ਜਿਹੜੇ ਆ ਇਨਸੈਂਟਿਵਸ ਅਸੀਂ ਰਿਟਰਨਸ ਕਰਾਂਗੇ ਬੱਚਿਆਂ ਨੂੰ ਕੈਨੇਡਾ ਦੇ ਰਿਲੇਟਡ। ਬਟ ਜਦੋਂ ਮੇਰੇ ਕੋਲ ਕਾਉਂਸਲਿੰਗਸ ਆਈਆਂ ਜਾਂ ਮੈਂ ਕੁਝ ਬੱਚੇ ਇੱਦਾਂ ਦੇ ਨਿਰਾਸ਼ ਵੀ ਹੁੰਦੇ ਦੇਖੇ ਕਿ ਜਿਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਯੂਕੇ ਦੇ ਵਿੱਚ ਵੀ ਇਹ ਚੀਜ਼ ਉਹੀ ਕਰ ਰਹੇ ਨੇ, ਆਸਟ੍ਰੇਲੀਆ ਦੇ ਵਿੱਚ ਵੀ। ਸੋ ਅੱਜ ਮੈਂ ਓਪਨਲੀ ਇਸ ਬੱਚਿਆਂ ਨੂੰ ਜਿਹੜੇ ਆ ਮੰਚ ਦੇ ਉੱਤੇ ਅਸੀਂ ਸੱਦਾ ਦਿੰਦੇ ਹਾਂ ਕਿ ਜੇਕਰ ਤੁਸੀਂ ਅੱਜ ਵੀ ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਦੇ ਵਿੱਚ 31 ਦਸੰਬਰ ਤੱਕ ਆਪਣਾ ਕੇਸ ਫਾਈਲ ਕਰਦੇ ਹੋ ਤਾਂ ਅਸੀਂ ਤੁਹਾਨੂੰ, ਚਾਹੇ ਆਸਟ੍ਰੇਲੀਆ ਦੀ ਗੱਲ ਹੋਵੇ, USA ਦੀ, ਚਾਹੇ UK ਦੀ, ਸੋ ਅਸੀਂ ਤੁਹਾਨੂੰ ਜੋ ਵੀ ਪੇ ਆਊਟ ਇਨਸੈਂਟਿਵ ਹੈ ਅਸੀਂ ਐਟ ਲੀਸਟ 100% ਕੈਸ਼ਬੈਕ ਜਿਹੜਾ ਆ ਰਿਟਰਨ ਕਰਾਂਗੇ ਸਟੂਡੈਂਟਸ ਨੂੰ। ਲੋ ਜੀ, ਇਹਨੂੰ ਕਹਿੰਦੇ ਨੇ ਨੇਕ ਦਿਲੀ ਦਿਖਾਣਾ, ਵੱਡਾ ਦਿਲ ਦਿਖਾਣਾ। ਮੈਡਮ ਮੈਂ ਤਾਰੀਫ ਕਰਾਂਗਾ ਤੁਹਾਡੇ ਇਸ ਫੈਸਲੇ ਦੀ, ਕਿਉਂਕਿ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਉਸ ਗੱਲ 'ਚ ਇਹਨਾਂ ਨੇ ਕਿਹਾ ਕਿ ਸ਼ਾਇਦ ਤੁਸੀਂ ਸ਼ਬਦਾਂ ਤੇ ਗੌਰ ਕੀਤਾ ਕਿ ਨਹੀਂ ਕੀਤਾ। ਮੈਂ ਗੌਰ ਕੀਤਾ। ਇਹਨਾਂ ਨੇ ਹੁਣ ਇੱਕ ਗੱਲ ਕਹੀ ਹੈ ਕਿ ਜੀ ਜਦੋਂ ਬੱਚੇ ਆਏ, ਜਦੋਂ ਐਡ ਚੱਲੀ, ਵਾਕਈ ਇਹਨਾਂ ਨੇ ਦਾਵਾ ਕੀਤਾ, ਬੜਾ ਵੱਡਾ ਦਾਵਾ ਸੀ ਜੀ, ਕੋਈ ਨਹੀਂ ਛੱਡਦਾ, ਕੋਈ ਵੀ ਏਜੰਟ ਰੁਪਈਆ ਵੀ ਥੋੜੀਆਂ ਕਿਤੇ ਨਹੀਂ ਛੱਡਦਾ। ਤੁਹਾਨੂੰ ਵੀ ਪਤਾ ਵਾ, ਕਿਉਂਕਿ ਜਿਹੜਾ ਵੀ ਬੱਚਾ ਸਟੱਡੀ ਵੀਜ਼ਾ ਲਵਾਉਣਾ ਚਾਹੁੰਦਾ ਉਸ ਨੂੰ ਪਤਾ, ਉਹਨੇ ਕਈ ਜਗ੍ਹਾ ਆਪਣਾ ਵਿਜ਼ਿਟ ਕੀਤਾ ਹੁੰਦਾ, ਕੋਈ ਵੀ 1 ਰੁਪਇਆ ਨਹੀਂ ਛੱਡਦਾ। ਇਹਨਾਂ ਨੇ ਪੂਰੀ ਕਮਿਸ਼ਨ ਛੱਡਣ ਦਾ ਐਲਾਨ ਕੀਤਾ ਔਰ ਲਿਖ ਕੇ ਦੇਣ ਦਾ ਐਲਾਨ ਕੀਤਾ। ਇਹਨਾਂ ਨੇ ਕਿਹਾ ਕਿ ਆਪਾਂ ਐਲਾਨ ਕੀਤਾ ਸੀ ਕੈਨੇਡਾ ਦਾ, ਪਰ ਜਦੋਂ ਇਹ ਐਡ ਦੇਖੀ, ਵੀਡੀਓ ਦੇਖੀਆਂ ਤੇ ਆ ਗਏ ਬੱਚੇ ਆਸਟ੍ਰੇਲੀਆ ਵਾਲੇ ਜਾਂ UK ਵਾਲੇ, ਤੇ ਉਹਨਾਂ ਨੂੰ ਨਿਰਾਸ਼ਾ ਹੋਈ ਕਿਉਂਕਿ ਉਹਨਾਂ ਵਾਸਤੇ ਆਫਰ ਨਹੀਂ ਸੀ। ਪਰ ਉਹਨਾਂ ਦੀ ਨਿਰਾਸ਼ਾ ਨੂੰ ਇਹਨਾਂ ਨੇ ਇੰਨੀ ਗੰਭੀਰਤਾ ਨਾਲ ਲਿਆ, ਇਹਨਾਂ ਨੇ ਉਹਦੀ ਵੀ ਕਮਾਈ ਛੱਡਣ ਦਾ ਐਲਾਨ ਕਰ ਦਿੱਤਾ ਹੈ। ਇਹ ਸਾਰੀ ਆਫਰ ਹੈਗੀ ਹੈ ਜੀ 31 ਦਸੰਬਰ 2020, ਯਾਨੀ ਕਿ 2020 ਸਾਲ ਦੀ ਸਭ ਤੋਂ ਵੱਡੀ ਆਫਰ ਆਈ ਜ਼ਰੂਰ ਆ। ਅੱਗੋਂ ਪਤਾ ਨਹੀਂ ਆਣੀ ਕਿ ਨਹੀਂ ਆਣੀ, ਕਿਸੇ ਨੇ ਇੰਨਾ ਜਿਗਰਾ ਦਿਖਾਣਾ ਕਿ ਨਹੀਂ ਦਿਖਾਣਾ, ਕਿਉਂਕਿ ਕਮਿਸ਼ਨ ਪੜਦੇ ਦੀ ਗੱਲ ਹੁੰਦੀ ਹੈ, ਇਨਸੈਂਟਿਵ ਪੜਦੇ ਦੀ ਗੱਲ ਹੁੰਦੀ ਹੈ। ਪਰ ਇਹਨਾਂ ਨੇ ਖੁੱਲੇ ਤੌਰ ਤੇ ਕੈਮਰੇ ਦੇ ਸਾਹਮਣੇ ਕਿਹਾ ਹੈ ਕਿ ਉਹ ਪੈਸੇ ਵਾਪਸ ਕਰਨਗੇ, ਇਨਸੈਂਟਿਵ ਵਾਪਸ ਕਰਨਗੇ। ਤੇ ਇਨਸੈਂਟਿਵ ਵਾਪਸ ਆਏਗਾ ਤੇ ਤੁਹਾਨੂੰ ਵੀ ਪਤਾ ਹੈ ਦਰਸ਼ਕੋ, ਖਾਸ ਕਰ ਉਹ ਵਾਲੇ ਦਰਸ਼ਕ ਜਿਹੜੇ ਲਿਖਦੇ ਨੇ ਕਮੈਂਟ ਬਾਕਸ 'ਚ ਇਹਨਾਂ ਨੂੰ ਮੋਟੀਆਂ ਕਮਿਸ਼ਨਾਂ ਆਉਂਦੀਆਂ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਏਗਾ ਕਿ ਜਦੋਂ ਵੀ ਇੱਥੇ ਆਣਾ ਇਹਨਾਂ ਕੋਲੋਂ ਲਿਖਾ ਲੈਣਾ ਜੀ ਕਮਿਸ਼ਨ ਆਊਗੀ। ਤੇ ਜੇ ਕਮਿਸ਼ਨ ਆਏਗੀ ਤੇ ਉਹ 'ਚ ਤੁਹਾਡਾ ਵੀ ਭਲਾ ਵਾ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਮੈਂ ਸਮਝਦਾ ਇਸ ਗੱਲ ਨੂੰ, ਕੋਵਿਡ ਦੇ ਵਿੱਚ ਸਾਰੀ ਦੁਨੀਆ ਪਰੇਸ਼ਾਨ ਰਹੀ ਹੈ। ਕਿਉਂਕਿ ਕਿਸੇ ਨਾ ਕਿਸੇ, ਮੈਡਮ ਇੱਕ ਗੱਲ ਹੋਰ ਤੁਸੀਂ ਦੇਖਿਆ ਹੋਏਗਾ, ਕਿਉਂਕਿ ਤੁਹਾਡਾ ਰੂਟੀਨ 'ਚ ਕਸਟਮਰਾਂ ਦੇ ਨਾਲ ਵਾਹ ਪੈਂਦਾ ਵਾ, ਕਈ ਲੋਕ ਅਜਿਹੇ ਨੇ ਜਿਹੜੇ ਪੈਸੇ ਹੱਥੋਂ, ਉਹਨਾਂ ਨੇ ਆਇਲਟਸ ਵੀ ਕੀਤੀ ਹੋਏਗੀ, ਸਕੋਰ ਵੀ ਆ ਗਿਆ, ਪੜ੍ਹਾਈ ਦਾ ਵੀ, ਐਕੈਡਮਿਕ ਵੀ ਉਹਨਾਂ ਦੇ ਵਧੀਆ ਨੇ, ਪਰ ਉਹਨਾਂ ਨੇ ਆਪਣਾ ਡਿਸੀਜਨ ਹੀ ਚੇਂਜ ਕਰ ਲਿਆ ਕਿਉਂਕਿ ਪੈਸੇ ਬਹੁਤ ਜ਼ਿਆਦਾ। ਚੇਂਜ ਕਰਨ ਦਾ ਮੇਨ ਰੀਜ਼ਨ ਹੀ ਇਹੀ ਸੀ ਕਿਉਂਕਿ ਉਹਨਾਂ ਨੇ ਜਿੱਥੇ ਨਾ ਜਿੱਥੇ ਉਹਨਾਂ ਨੇ ਕਰਜ਼ਾ ਲੈ ਕੇ ਆਪਣਾ ਪੜ੍ਹਾਈ ਦੇ ਬੇਸ ਤੇ ਸਟੱਡੀ ਵੀਜ਼ਾ ਅਪਲਾਈ ਕਰਨਾ ਸੀ, ਸੋ ਉਹਨਾਂ ਨੂੰ ਲੱਗਦਾ ਸੀ ਕਿ ਜਿਹੜਾ ਅਸੀਂ ਕਰਜ਼ਾ ਲਿੱਤਾ ਆ, ਅਸੀਂ ਜਿਹੜਾ ਆ ਕਿਤੋਂ ਵੀ ਕਰਜ਼ਾ ਲੈ ਕੇ ਅਸੀਂ ਆਪਣੀ ਫਾਈਲ ਜਿਹੜੀ ਅਟੈਂਪਟ ਕਰ ਰਹੇ ਆ, ਉਹ ਕਰਜ਼ਾ ਅਸੀਂ ਰਲਟਾਵਾਂਗੇ ਕਿੱਦਾਂ। ਸੋ ਗਲੋਬਲ ਗੁਰੂ ਇਮੀਗ੍ਰੇਸ਼ਨ ਨੇ ਇਹੀ ਦਾਵਾ ਕੀਤਾ ਕਿ ਅਸੀਂ ਕਿਤੇ ਨਾ ਕਿਤੇ ਬੱਚੇ ਦੀ, ਇਹ ਸਾਲ ਦੇ ਅਖੀਰਲਾ ਮਹੀਨਾ ਚੱਲ ਰਿਹਾ ਹੈ, 31 ਦਸੰਬਰ ਤੱਕ ਤੁਹਾਨੂੰ ਆਫਰ ਦੁਬਾਰਾ ਤੋਂ ਦੇ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਦੇ ਥਰੂ ਅਪਲਾਈ ਕਰਦੇ ਹੋ ਤਾਂ ਅਸੀਂ ਉਹ ਵੀ ਖਰਚੇ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਉਹ ਕਰਜ਼ਾ ਜਿਹੜਾ ਰਿਟਰਨ ਕਰ ਸਕਦੇ ਹੋ। ਸੋ ਐਜ਼ ਅ ਹੈਲਪ ਦੇ ਤੌਰ ਤੇ ਨਿਖਿਲ ਜੀ ਅਸੀਂ ਇਹ ਦਾਵਾ ਕੀਤਾ ਬੱਚਿਆਂ ਨਾਲ ਕਿ ਕਿਤੇ ਨਾ ਕਿਤੇ ਜਾਂਦੇ ਜਾਂਦੇ ਸਾਲ ਦੇ ਐਂਡ ਤੇ ਹੀ ਬੱਚਿਆਂ ਦਾ ਭਵਿੱਖ ਸਵਾਰ ਜਾਈਏ। ਸੋ ਗਲੋਬਲ ਗੁਰੂ ਇਮੀਗ੍ਰੇਸ਼ਨ ਨੇ ਬਹੁਤ ਮਾਲਕ ਦੀ ਮਿਹਰ ਹੈ ਕਿ ਅਸੀਂ ਕਾਫੀ ਵੀਜ਼ੇ ਲਿੱਤੇ ਹੈ ਔਰ ਕਾਫੀ ਅੱਛੇ ਸਾਡੇ ਰਿਜ਼ਲਟ ਆਉਂਦੇ ਰਹੇ ਨੇ। ਜੇ ਇੱਕ ਸਾਲ ਜਿਹੜਾ ਅਖੀਰਲਾ ਮਹੀਨਾ ਆ ਪੈਸੇ ਨਹੀਂ ਕਮਾਵਾਂਗੇ ਤਾਂ ਸਾਰੀ ਉਮਰ ਜਿਹੜੀ ਹੈ, ਸਾਰੀ ਜਿਹੜੀ ਅਸੀਂ ਮਿਹਨਤ ਕੀਤੀ ਹੋਈ ਹੈ, ਕਾਫੀ ਵੀਜ਼ਾ ਜਿਹੜੇ ਆ ਗਲੋਬਲ ਗੁਰੂ ਲੈਂਦਾ ਰਿਹਾ, ਅੱਗੇ ਵੀ ਅਸੀਂ ਲੈਂਦੇ ਰਵਾਂਗੇ। ਬਟ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਦੀ ਹੈਲਪ ਕੀਤੀ ਜਾਵੇ ਔਰ ਟ੍ਰਾਂਸਪੇਰੈਂਟ ਤਰੀਕੇ ਨਾਲ ਜਿਹੜੀਆਂ ਉਹਨਾਂ ਦੀਆਂ ਫਾਈਲਾਂ ਲਗਵਾਈਆਂ ਜਾਣ। ਲੋ ਜੀ, ਵੀਜ਼ਿਆਂ ਵਾਲੀ ਗੱਲ ਦੇ ਉੱਤੇ ਤਾਂ ਆਪਾਂ ਪਿਛਲੀ ਵਾਰੀ ਚੈੱਕ ਕਰ ਚੁੱਕੇ ਹਾਂ, ਇਹਨਾਂ ਨੇ ਦਿਖਾਇਆ ਸੀ ਆਪਣਾ ਰਿਕਾਰਡ, ਆਪਾਂ ਵੀਡੀਓ 'ਚ ਵੀ ਦਿਖਾਤਾ ਸੀਗਾ ਤੇ ਆਪਾਂ ਹਾਈਲਾਈਟ ਦੇ ਵਿੱਚ ਵੀ ਦਿਖਾ ਦੇਵਾਂਗੇ ਕਿ ਵੀਜ਼ੇ ਇਹਨਾਂ ਨੇ ਕਾਫੀ ਲਵਾਏ ਆ ਜੋ ਇਹ ਦਾਅਵਾ ਕਰਦੇ ਨੇ। ਪਰ ਮੈਂ ਆਪਣੇ ਦਰਸ਼ਕਾਂ ਨੂੰ ਕਹਾਂਗਾ ਜੀ, ਜਦੋਂ ਵੀ ਆਪਣਾ ਭਵਿੱਖ ਦੇਖੋ ਤੁਸੀਂ ਕਿਸੇ ਵੀ, ਕਿਉਂਕਿ ਜਦੋਂ ਤੁਸੀਂ ਵੀਜ਼ਾ ਲੈਣਾ ਨਾ, ਉਹ ਤੁਹਾਡੇ ਮਾਂ ਪਿਓ ਦੀ ਪੂੰਜੀ ਦਾ ਸਵਾਲ। ਇਸ ਕਰਕੇ ਅਣਜਾਣ ਪੁਣੇ ਦੇ ਵਿੱਚ, ਕਿਉਂਕਿ ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਪੜ੍ਹਾਈ ਕਰਨ ਜਾਣਾ UK, ਜੇ ਤੁਸੀਂ UK ਜਾਂ ਕੈਨੇਡਾ ਜਿਹੜੀ ਵੀ ਕੰਟਰੀ ਤੁਸੀਂ ਜਾਣਾ, ਤੁਸੀਂ ਪੜ੍ਹਾਈ ਕਰਨ ਜਾਣਾ ਹੈ। ਤੇ ਜੇ ਤੁਸੀਂ ਪੜ੍ਹੇ ਲਿਖੇ ਬੰਦੇ ਹੋ ਤੇ ਪੜ੍ਹੇ ਲਿਖਿਆ ਵਾਲਾ ਕੰਮ ਕਰੋ, ਰਿਸਰਚ ਕਰੋ। ਅੱਜ ਦੀ ਡੇਟ 'ਚ ਇੰਟਰਨੈਟ ਤੇ ਕੀ ਨਹੀਂ ਹੈਗਾ, ਜਿਹੜਾ ਵੀ ਟਰੈਵਲ ਵੀਜ਼ਾ ਜਾਂ ਸਟੱਡੀ ਵੀਜ਼ਾ, ਐਕਸਪਰਟ ਜਿਸ ਤਰੀਕੇ ਦਾ ਵੀ ਵੀਜ਼ਾ ਤੁਸੀਂ ਲੈਣਾ, ਪਹਿਲਾਂ ਐਕਸਪਰਟ ਦੀ ਉਹਦੀ ਪ੍ਰੋਫਾਈਲ ਚੈੱਕ ਕਰੋ ਇੰਟਰਨੈਟ ਤੇ, ਉਹ ਦੇਖੋ, ਉਹਨਾਂ ਨੂੰ ਮਿਲੋ, ਗੱਲ ਨੂੰ ਸਮਝੋ, ਫੇਰ ਲਵੋ ਫੈਸਲਾ। ਕਿਉਂਕਿ ਗੱਲਾਂ ਦੇ ਕੜਾਹ ਤੇ ਯਕੀਨ ਨਾ ਕਰਿਓ, ਲਿਖੀਆਂ ਹੋਈਆਂ ਗੱਲਾਂ ਦੇਖਿਓ ਤੇ ਉਹਨਾਂ ਦੀ ਪਰਫਾਰਮੈਂਸ ਦੇਖਿਓ। ਜੇ ਵਾਕਈ ਉਹਨਾਂ ਦੀ ਪਰਫਾਰਮੈਂਸ ਵੀ ਵਧੀਆ ਹੈ, ਲਿਖ ਕੇ ਵੀ ਦੇ ਰਹੇ ਨੇ ਤੇ ਸੋਨੇ ਤੇ ਸੁਹਾਗਾ ਕਮਿਸ਼ਨ ਜਾਂ ਇਨਸੈਂਟਿਵ ਮੋੜ ਰਹੇ ਆ, ਤੇ ਕਰ ਲਓ ਅੱਖਾਂ ਬੰਦ, ਪਰ ਸਾਈਨ ਕਰਨੇ ਨੇ ਅੱਖਾਂ ਖੋਲ ਕੇ, ਐਗਰੀਮੈਂਟ ਕਰਨਾ ਪਹਿਲਾਂ, ਫਿਰ ਇਹਨਾਂ ਕੋਲ ਆਉਣਾ ਹੈ ਤੇ ਆਪਣਾ ਕੰਮ ਕਰਾਉਣਾ। ਸੋ ਮੈਂ ਨਿਖਿਲ ਸ਼ਰਮਾ ਹੁਣ ਇਜਾਜ਼ਤ ਲੈਣਾ, ਇੱਕ ਵਾਰ ਫੇਰ ਹਾਜ਼ਰ ਹੋਵਾਂਗੇ ਤੁਹਾਡੇ ਅੱਗੇ ਆਪਣੇ ਵੀਜ਼ਾ ਕੀ ਪ੍ਰੋਗਰਾਮ 'ਚ ਇਹੋ ਜਿਹੀ ਅਪਡੇਟ ਲੈ ਕੇ, ਜਿਸ ਦੇ ਵਿੱਚ ਜਾਣਕਾਰੀ ਵੀ ਮਿਲੇ ਤੇ ਤੁਹਾਡਾ ਫਾਇਦਾ।